ਸਾਡੇ ਨਾਲ जुड़ चुके ने पत्रकार राजिंदर मिंद्रू जी ते नाल कंवर मंजल साहब, दोनों का हार्दिक स्वागत जी। मंजल साहब, गल करिए बड़ा भयानक हादसा वापरिया, 288 मौतां। हालांकि सरकार कहती है कि 275 है, फिर भी 275 की गिनती भी बहुत वड्डी हुंदी है। हज़ारां लोग जिथे जख्मी हो जाण और सैकड़े लोग जिहड़े आ मौत का शिकार हो जाण, वो सचमुच जिहड़ा गंभीर विषय का चर्चा का विषय हुंदा। पर उस तो वड्डी गल एक तो हुंदा एक्सीडेंट, कि दुर्घटना वापरी, उत्थे चाहे मनुखी गलती होवे ते कई थावां दे उत्ते इस तरह भी हुंदा कि मशीनी मकैनिकल गलती। गल शुरू च सामने आउंदी है कि उत्थे दा जी जिहड़ा असीं नूं पंजाबी सिद्धा कांटा कह दिंदे, कांटा जिहड़ा बदलदा आ, ਉਹ ਅੱਜ ਕੱਲ ਹਾਲਾਂਕਿ ਬਹੁਤ ਸਿਕਿਉਰ ਹੈ। ਪਹਿਲਾਂ ਤਾਂ ਹੁੰਦਾ ਸੀ ਕਿ ਇੱਕ ਬੰਦਾ ਉਹ ਲੀਵਰ ਜਾਂ ਖਿੱਚ ਕੇ ਕੰਡਾ ਬਦਲ ਦਿੰਦਾ ਹੁੰਦਾ ਸੀਗਾ ਤੇ ਉਹਨਾਂ ਦੀ ਜ਼ਿੰਮੇਵਾਰੀ ਲੱਗਦੀ ਸੀ। ਹੁਣ ਕਹਿੰਦੇ ਉਹਦੀ ਪ੍ਰੋਟੈਕਸ਼ਨ ਬੜੀ ਕਰ ਲਈ ਗਈ ਹੈ। ਤਿੰਨ ਥਾਵਾਂ ਤੇ ਚੈੱਕ ਹੁੰਦਾ ਇੱਕ ਜਿਹੜਾ ਉਹ ਕ੍ਰਾਸ ਹੈ। ਸਿਗਨਲ ਗਲਤ ਜਿਹੜਾ ਉਹ ਕਈ ਵਾਰੀ ਚਲਾ ਜਾਂਦਾ। ਕਹਿੰਦੇ ਸਿਗਨਲ ਤੇ ਜਿਹੜਾ ਕਾਂਟਾ ਬਦਲਦਾ ਉਹ ਬੜੀਆਂ ਪ੍ਰਕਿਰਿਆ ਜਿਹੜੀ ਆ ਬੜੀ ਅਹਿਮ ਹੈ ਤੇ ਉਹਦੇ ਤੇ ਡਿਊਟੀ ਬੜੀ ਜਿਹੜੀ ਸਖਤ ਹੁੰਦੀ। पर फिर भी इसके बावजूद एक घटना वापर जाती है, अजिही दर्दनाक घटना जिहदे विच सैकड़े लोग चले जाते हैं। की लगता CBI जांच, कोई ये SIT नहीं है, कोई ये रेलवे बोर्ड की इंक्वायरी नहीं है, CBI नूं जांच दे दी गई है। की लगता कंवर मंजल साहब, की कारण है इहदे पिछे? की सरकार साबित करना चाहती है कुछ, या लगता कि कोई गड़बड़? संधू साहब इन्हां सीधा पहला ते मतलब कि बड़ा दुख दी घटना आ। जिहड़े गरीब गुरबे लोग उहदे च मारे गए ने, ये परिवारां दे परिवार उजड़ गए ने, बड़ी दुखदाई घटना आ। मेरी संवेदना आ उन्हां सारे मृतक लोगों नूं, और जिहड़े जख्मी ने परमात्मा उन्हां नूं सेहतयाबी बख्शे। मेरा ये मनना वा संधू साहब, ये सीधा एक साजिश है। जिस तरह हिंदुस्तान तरक्की ਦੀਆਂ ਲੀਹਾਂ ਨੂੰ ਛੂ ਰਿਹਾ ਤੇ ਬਹੁਤ ਸਾਰੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੋ ਰਹੀ, ਔਰ ਉਹ ਬਰਦਾਸ਼ਤ ਨਾ ਹੋਣਾ ਇਸ ਐਕਸੀਡੈਂਟ ਦਾ ਕਾਰਨ ਹੋ ਸਕਦਾ। ਮੈਂ ਛੋਟੀ ਜੀ ਜਾਣਕਾਰੀ ਦੇਣੀ ਚਾਹਾਂਗਾ ਕਿ ਅਮਰੀਕਾ ਵਰਗੀ ਕੰਟਰੀ ਵੀ ਹਿੰਦੁਸਤਾਨ ਤੋਂ ਟ੍ਰੇਨ ਇੰਪੋਰਟ ਕਰ ਰਹੀ ਆ। ਹਿੰਦੁਸਤਾਨ ਅਮਰੀਕਾ ਨੂੰ ਟ੍ਰੇਨ ਐਕਸਪੋਰਟ ਕਰ ਰਿਹਾ। ਇਸ ਲੈਵਲ ਦਾ ਟ੍ਰੇਨ ਸਿਸਟਮ ਹਿੰਦੁਸਤਾਨ ਦਾ ਬਣ ਗਿਆ। ਇਹ ਜਿਹੜੇ ਕਾਂਟਾ ਬਦਲਣ ਵਾਲੀ ਆਪਾਂ ਹੁਣੇ ਗੱਲ ਕਰ ਰਹੇ ਸੀ, ਇਹਨੂੰ ਆਪਾਂ ਜਿਹੜਾ ਰੇਲਵੇ ਦੀ ਭਾਸ਼ਾ 'ਚ ਸੋਲੋਨਾਈਡ ਸਿਸਟਮ ਬੋਲਦੇ ਨੇ ਜੀ। ਇਹ ਸੋਲੋਨਾਈਡ ਸਿਸਟਮ ਤਿੰਨ ਤਰ੍ਹਾਂ ਦੇ ਮਤਲਬ ਸਿਕਿਉਰਿਟੀ ਚੈੱਕ ਤੋਂ ਗੁਜ਼ਰਦਾ ਵਾ। ਮਤਲਬ ਜੇ ਇਹਦੇ 'ਚ ਕੋਈ ਕਮੀ ਪੇਸ਼ੀ ਹੋਵੇ, ਇੱਕ ਫੇਲ ਹੋ ਸਕਦਾ, ਦੋ ਹੋ ਸਕਦਾ, ਤਿੰਨ ਕਦੀ ਵੀ ਫੇਲ ਨਹੀਂ ਹੋ ਸਕਦੇ। ਤਿੰਨ ਤਰ੍ਹਾਂ ਦੇ ਇਸ ਸਿਸਟਮ 'ਚੋਂ ਇਹ ਨਿਕਲਦਾ। ਇਹ ਬੜਾ ਫੁੱਲ ਪ੍ਰੂਫ ਸਿਸਟਮ ਹੈ। ਜੋ ਮੈਂ ਇਹਦੇ ਵਿੱਚ ਨਿਚੋੜ ਤੱਕ ਪਹੁੰਚਿਆ, ਜਾਂ ਮੈਂ ਜੋ ਸੁਣਿਆ ਸੁਣਾਇਆ, ਜਾਂ ਜੋ ਵੀ ਬੁੱਧੀਜੀਵੀਆਂ ਤੋਂ ਇਹ ਗੱਲਾਂ ਸਾਹਮਣੇ ਆਈਆਂ ਨੇ, ਉਹਦੇ ਵਿੱਚ ਨਿਕਲ ਕੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਾਦਸਾ ਇੱਕ ਮੈਨ ਮੇਡ ਹਾਦਸਾ ਆ। ਇਹਦੇ ਵਿੱਚ ਨਾ ਰੇਲਵੇ ਲਾਈਨ ਦੇ ਵਿੱਚ ਇੱਕ ਫਿਸ਼ ਪਲੇਟਸ ਵਿਛੀਆਂ ਹੁੰਦੀਆਂ ਨੇ। ਜਦੋਂ ਰੇਲਵੇ ਨੇ ਇਨਕੁਆਇਰੀ ਕੀਤੀ, ਉਹ ਫਿਸ਼ ਪਲੇਟਸ ਬੜੇ ਵੱਡੇ ਲੈਵਲ ਤੇ ਉੱਥੋਂ ਗਾਇਬ ਪਾਈਆਂ ਗਈਆਂ, ਔਰ ਉਹ ਬੰਦੇ ਨਹੀਂ ਉਹਨੂੰ ਚੁੱਕ ਕੇ ਲਿਜਾ ਸਕਦੇ। ਉਹ ਹੈਵੀ ਡਿਊਟੀ ਮਸ਼ੀਨਸ ਦੇ ਨਾਲ ਉੱਥੋਂ ਗਾਇਬ ਹੋ ਸਕਦੀਆਂ ਨੇ। ਇਹ ਡਾਇਰੈਕਟਲੀ ਸਿੱਧਾ ਇੱਕ ਸਾਜ਼ਿਸ਼ ਦਾ ਹਿੱਸਾ ਆ, ਔਰ ਸਾਜ਼ਿਸ਼ ਵੀ ਇਸ ਤਰੀਕੇ ਨਾਲ ਪਲਾਨ ਕੀਤੀ ਗਈ ਕਿ ਉਧਰੋਂ ਆਇਰਨ ਨਾਲ ਭਰੀ ਹੋਈ ਗੱਡੀ, ਸਰੀਆ ਤੇ ਲੋਹੇ ਦੇ ਸਮਾਨ ਨਾਲ ਭਰੀ ਹੋਈ ਮਾਲ ਗੱਡੀ ਦੇ ਵਿੱਚ ਇਹਦਾ ਟਕਰਾਅ ਹੋਇਆ। ਇੱਕ ਤੀਸਰੀ ਗੱਡੀ ਆ ਰਹੀ ਸੀ, ਤਿੰਨ ਟ੍ਰੇਨਾਂ ਆਪਸ ਚ ਭਿੜ ਗਈਆਂ ਤੇ ਉਹਦੇ ਕਰਕੇ ਇਹ ਬਹੁਤ ਵੱਡਾ ਦਰਦਨਾਕ ਭਿਆਨਕ ਹਾਦਸਾ ਜਿਹੜਾ ਸਾਡੇ ਸਾਹਮਣੇ ਆਇਆ। ਇਹ ਸਿੱਧਾ ਇੱਕ ਸਾਜ਼ਿਸ਼ ਹੈ, ਔਰ ਇਹਦੇ ਚ ਕੋਈ ਦੋ ਰਾਮਾ ਨਹੀਂ। ਪਰ ਮੇਰਾ ਇਹ ਮੰਨਣਾ ਆ ਵੀ ਸਾਡਾ ਵਿਰੋਧ ਮੋਦੀ ਸਾਹਿਬ ਨਾਲ ਹੋਵੇ ਜਾਂ ਪੋਲੀਟੀਕਲ ਵਿਰੋਧ ਹੋਵੇ, ਲੱਖ ਵਾਰੀ ਹੋਵੇ, ਇਹਦੇ ਚ ਕੋਈ ਗੁਨਾਹ ਨਹੀਂ ਕਰਨਾ ਚਾਹੀਦਾ ਵਾ ਮੁੱਦਿਆਂ ਦੇ ਉੱਤੇ ਰਾਜਨੀਤੀ। ਪਰ ਜਿੱਥੇ ਦੇਸ਼ ਦੀ ਆਰਥਿਕਤਾ ਦਾ ਮਸਲਾ ਆ ਜਾਏ, ਦੇਸ਼ ਦੇ ਲੋਕਾਂ ਦਾ ਮਸਲਾ ਆ ਜਾਏ, ਉੱਥੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਉਸ ਲੜਾਈ ਨੂੰ ਲੜਨਾ ਚਾਹੀਦਾ, ਨਾ ਕਿ ਦੂਸ਼ਣਬਾਜ਼ੀ ਤੇ ਸ਼ੋਸ਼ਣਬਾਜ਼ੀ ਕਰਨ ਦੇ ਚੱਕਰਾਂ ਦੇ ਵਿੱਚ ਪੈਣ ਦੀ ਬਜਾਏ ਉਹਨਾਂ ਮ੍ਰਿਤਕਾਂ ਨੂੰ ਅਸਲ ਸ਼ਰਧਾਂਜਲੀ ਇਹ ਹੋਏਗੀ ਕਿ ਅਸੀਂ ਰਲ ਕੇ ਉਹਦੇ ਤੇ ਕਾਰਵਾਈ ਕਰੀਏ, ਨਾ ਕਿ ਇਹਨੂੰ ਸਿਆਸੀ ਰੋਟੀਆਂ ਦਾ ਅਖਾੜਾ ਬਣਾਉਣ ਦੀ ਕੋਸ਼ਿਸ਼ ਕਰੀਏ। ਮੇਰਾ ਇਹ ਮੰਨਣਾ ਹੈ ਕਿ CBI ਨੂੰ ਜਾਂਚ ਚਲੀ ਗਈ ਆ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਥੋੜੇ ਦਿਨਾਂ 'ਚ ਸਾਹਮਣੇ ਹੋ ਕੇ ਆ ਜਾਏਗਾ। ਮੈਂ ਜਿੱਥੋਂ ਤੱਕ ਸਮਝਦਾ ਇਹਦੇ ਪਿੱਛੇ ਪਾਕਿਸਤਾਨ, ਚਾਈਨਾ ਦੀ ਮਿਲੀ ਭੁਗਤ ਹੋ ਸਕਦੀ ਆ, ਕਿਉਂਕਿ ਜਿਸ ਤਰੀਕੇ ਨਾਲ ਹਿੰਦੁਸਤਾਨ ਤਰੱਕੀ ਦੀਆਂ ਜਿਹੜੀਆਂ ਸਿਖਰਾਂ ਨੂੰ ਛੂਹ ਰਿਹਾ, ਉਹ ਬਹੁਤ ਸਾਰੇ ਸਾਡੇ ਗੁਆਂਢੀ ਮੁਲਕ ਨੇ ਜਿਨ੍ਹਾਂ ਦੀ ਗਲੇ ਦੀ ਹੱਡੀ ਬਣ ਸਕਦਾ। ਇਹਦੇ 'ਚ ਨਕਸਲਾਈਟ ਵੀ ਇਨਵੋਲਵ ਹੋ ਸਕਦੇ ਨੇ।
ਹਰੰਗੀਆ ਵੀ ਇਨਵੋਲਵ ਹੋ ਸਕਦੇ ਨੇ, ਬੰਗਲਾਦੇਸ਼ੀ ਵੀ ਇਹਦੇ ਚ ਇਨਵੋਲਵ ਹੋ ਸਕਦੇ ਨੇ, ਔਰ ਜਿੱਥੋਂ ਤੱਕ ਮੇਰਾ ਕੁਝ ਮੰਨਣਾ ਕਿ ਕੁਝ ਸਾਡੇ ਵੀ ਲੋਕ ਇਹਦੇ ਵਿੱਚ ਇਨਵੋਲਵ ਹੋ ਸਕਦੇ ਨੇ, ਔਰ ਇਹਦਾ ਦੁੱਧ ਪਾਣੀ ਦਾ ਪਾਣੀ ਹੋ ਕੇ ਇੱਕ ਦਿਨ ਸਾਡੇ ਸਾਹਮਣੇ ਆ ਜਾਏਗਾ। ਔਰ ਮੇਰਾ ਇਹ ਮੰਨਣਾ ਕਿ ਜਿਹੜੇ ਵੀ ਲੋਕ ਇਹੋ ਜਿਹੀ ਸਾਜ਼ਿਸ਼ ਸ਼ਾਮਲ ਪਾਏ ਜਾਣ, ਇਹੋ ਜਿਹੀ ਸਖਤ ਸਜ਼ਾ ਦਾ ਪ੍ਰਾਵਧਾਨ ਉਹਨਾਂ ਵਾਸਤੇ ਕਰਨਾ ਚਾਹੀਦਾ ਕਿ ਜਿਹੜਾ ਕਦੀ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਹੋਇਆ ਨਾ ਹੋਵੇ। ਇਹ ਬਹੁਤ ਹੀ ਦਰਦਨਾਕ ਤੇ ਭਿਆਨਕ ਹਾਦਸਾ ਆ ਜੀ। ਮਹਿੰਦਰ ਜੀ, ਕਿਵੇਂ ਦੇਖਦੇ ਹੋ ਸੀਬੀਆਈ ਦੀ ਜਾਂਚ ਨੂੰ? ਜਾਂਚ ਅਗਰ ਸੀਬੀਆਈ ਕੋਲ ਚਲੀ ਜਾਂਦੀ ਹੈ ਤੇ ਕੀ ਮਾਇਨੇ ਨੇ? ਕੋਈ ਪ੍ਰੂਫ, ਕੋਈ ਸਬੂਤ ਇਦਾਂ ਦਾ ਹੱਥ ਲੱਗਿਆ ਹੋ ਸਕਦਾ ਸਰਕਾਰ ਦੇ ਜਿਹਦੇ ਨਾਲ ਇਹ ਲੱਗੇ ਕਿ ਹਾਂ ਜਿਹੜੀ ਸਾਜ਼ਿਸ਼ ਜਿਹੜੀ ਹੈ ਗਹਿਰੀ ਹੋ ਸਕਦੀ? ਦੇਖੋ ਸੰਧੂ ਸਾਹਿਬ, ਗੱਲ ਇਹ ਹੈ ਕਿ ਜਿਹੜੀ ਇਹ ਦਰਦਨਾਕ ਘਟਨਾ ਹੋਈ ਹੈ, ਇਸ ਦਰਦਨਾਕ ਘਟਨਾ ਦੇ ਉੱਤੇ ਅਸੀਂ ਸਾਰੇ ਹੀ ਬੜਾ ਦੁਖੀ ਹਾਂ ਤੇ ਅਸੀਂ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਇਨਸਾਨੀ ਨਾਤੇ ਜਿਹੜਾ ਆ ਉਹ ਪਰਿਵਾਰ, ਚਾਹੇ ਉਹ ਕਿਸੇ ਗਰੀਬ ਤਬਕੇ ਤੋਂ ਜਾਂ ਕਿਸੇ ਅਮੀਰ ਤਬਕੇ ਤੋਂ, ਕਿਉਂਕਿ ਟ੍ਰੇਨਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਫ਼ਰ ਕਰਦੇ ਨੇ। ਸੋ ਇਹ ਹਾਦਸਾ ਜਿਨ੍ਹਾਂ ਪਰਿਵਾਰਾਂ ਦੇ ਨਾਲ ਹੋਇਆ, ਉਹ ਪਰਿਵਾਰਾਂ ਦੇ ਉੱਤੇ ਜਿਹੜੇ ਘਾਟਾ ਹੋਇਆ ਉਹ ਜ਼ਿੰਦਗੀ ਭਰ ਪੂਰਾ ਨਾ ਹੋਣ ਵਾਲਾ ਘਾਟਾ ਹੈ। ਹੁਣ ਗੱਲ ਆ ਗਈ ਕਿ ਸੀਬੀਆਈ ਦੀ ਜਾਂਚ ਕਿਉਂ ਕਰਵਾਉਣੀ ਪੈ ਰਹੀ ਹੈ, ਜਾਂ ਸਰਕਾਰ ਦਾ ਇਹ ਕਿਉਂ ਮਨਸ਼ਾ ਹੈ ਕਿ ਬਈ ਸੀਬੀਆਈ ਨੂੰ ਜਿਹੜਾ ਇਹ ਜਾਂਚ ਦਿੱਤੀ ਗਈ ਹੈ। ਹੁਣ ਉਸ ਦੇ ਵਿੱਚ ਗੱਲ ਇਹ ਹੈ ਸੰਧੂ ਸਾਹਿਬ ਕਿ ਸਰਕਾਰਾਂ ਦੇ ਤੌਰ ਤੇ ਪਹਿਲਿਆਂ ਤਾਂ ਸ਼ੁਰੂਆਤੀ ਦੌਰ ਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਕੋਈ ਛੋਟੀ ਮੋਟੀ ਕੋਈ ਗਲਤੀ ਕਿਤੇ ਨਜ਼ਰ ਆਉਂਦੀ ਹੈ ਤਾਂ ਉਹਦੀ ਆਪਣੀ ਡਿਪਾਰਟਮੈਂਟਲ ਇਨਕੁਆਇਰੀ ਹੋ ਜਾਂਦੀ ਹੈ। ਲੇਕਿਨ ਹੁਣ ਕਿਉਂਕਿ ਅਗਰ ਇਹ ਐਕਸੀਡੈਂਟ ਤੋਂ ਉੱਪਰ ਉੱਠ ਕੇ ਸਾਜ਼ਿਸ਼ ਜਿਹੜੀ ਹੈ ਨਜ਼ਰ ਆ ਰਹੀ ਹੈ ਸਰਕਾਰਾਂ ਨੂੰ ਜਾਂ ਕੇਂਦਰ ਸਰਕਾਰ ਦੇ ਰੇਲਵੇ ਡਿਪਾਰਟਮੈਂਟ ਨੂੰ, ਤਾਂ ਫਿਰ ਉਹਨਾਂ ਨੇ ਇਹ ਦੇਖਿਆ ਕਿ ਵੀ ਕਿਉਂਕਿ ਇਹ ਹਾਦਸਾ ਆਪਣੇ ਆਪ ਇੱਕ ਛੋਟਾ ਹਾਦਸਾ ਕਿਸੇ ਵੀ ਸਾਜ਼ਿਸ਼ ਨੂੰ ਅੰਜਾਮ ਦੇ ਕੇ ਨਹੀਂ ਸੀ ਹੋ ਸਕਦਾ। ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਤੇ ਅਸੀਂ ਵੀ ਜਾਣਦੇ ਹਾਂ ਕਿ ਇਹ ਅੱਜ ਕੱਲ੍ਹ ਜਿਹੜਾ ਸਿਗਨਲ ਸਿਸਟਮ ਹੈ ਇਹ ਇੱਕ ਸਿਕਿਉਰ ਸਿਗਨਲ ਸਿਸਟਮ ਹੈ, ਲੇਕਿਨ ਅਗਰ ਉਸ ਦੇ ਵਿੱਚ ਵੀ ਸੇਂਧ ਲੱਗੀ ਹੈ ਤਾਂ ਇਹਦਾ ਮਤਲਬ ਕੋਈ ਨਾ ਕੋਈ ਘਰਕਾ ਪੇਤੀ ਉਹਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਕਾਰਨ ਇਹ ਐਡਾ ਵੱਡਾ ਹਾਦਸਾ ਜਿਹੜਾ ਆ ਉਸ ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹੁਣ ਇਹ ਜ਼ਾਹਿਰ ਹੈ ਕਿ ਅਗਰ ਵਿਭਾਗੀ ਕਾਰਵਾਈ ਹੋਏਗੀ ਤੇ ਜਿਸ ਬੰਦਿਆਂ ਨੇ ਵਿਭਾਗ ਦੇ ਵਿੱਚ ਐਡੀ ਵੱਡੀ ਸਾਜ਼ਿਸ਼ ਦੀ ਰਚਨਾ ਕੀਤੀ ਹੈ ਉਹ ਫਿਰ ਉਸ ਜਾਂਚ ਨੂੰ ਵੀ ਪ੍ਰਭਾਵਿਤ ਕਰਨਗੇ। ਉਸ ਜਾਂਚ ਦੇ ਵਿੱਚ ਵੀ ਹੋ ਸਕਦਾ ਕਿ ਉਹ ਚੀਜ਼ਾਂ ਸਾਹਮਣੇ ਨਾ ਆਣ। ਤਾਂ ਫਿਰ ਸਰਕਾਰ ਨੇ ਕੁਝ ਚੀਜ਼ਾਂ ਨੂੰ ਦੇਖਦੇ ਹੋਏ ਜਦੋਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਬਈ ਇਹ ਇੱਕ ਹਾਦਸਾ ਨਹੀਂ ਹੈ, ਇਹ ਇੱਕ ਸਾਜ਼ਿਸ਼ ਹੈ ਔਰ ਸਾਜ਼ਿਸ਼ ਵੀ ਬਹੁਤ ਵੱਡੀ ਹੈ, ਛੜਯੰਤਰ ਹੈ, ਤਾਂ ਫਿਰ ਉਸ ਨੂੰ ਸਾਹਮਣੇ ਲੈ ਕੇ ਆਉਣ ਦੇ ਲਈ ਅਗਰ ਇਸ ਨੂੰ ਜਿਸ ਤਰ੍ਹਾਂ ਕਿ ਸਾਡੇ ਦੂਸਰੇ ਪੈਨਲਿਸਟ ਸਾਥੀ ਜੀ ਦੱਸ ਰਹੇ ਸੀ ਕਿ ਇਸ ਦੇ ਵਿੱਚ ਕੁਝ ਬਾਹਰਲੀਆਂ ਤਾਕਤਾਂ ਦਾ ਵੀ ਹੋਣ ਦਾ ਅੰਦੇਸ਼ਾ ਪਾਇਆ ਜਾ ਰਿਹਾ ਹੈ, ਤਾਂ ਫਿਰ ਅਗਰ ਸਾਜ਼ਿਸ਼ ਨੂੰ ਬੇਪਰਦਾ ਕਰਨਾ ਹੈ, ਲੋਕਾਂ ਦੇ ਸਾਹਮਣੇ ਦੱਸਣਾ ਹੈ ਕਿ ਵੀ ਇਹ ਸਾਜ਼ਿਸ਼ ਕਿਸ ਨੇ ਕੀਤੀ ਤੇ ਕਿਉਂ ਕੀਤੀ, ਤਾਂ ਫਿਰ ਉਸ ਦੀ ਜਾਂਚ ਵੀ ਉਸ ਪੱਧਰ ਤੇ ਹੋਣੀ ਜ਼ਰੂਰੀ ਸੀ। ਤਾਂ ਸਰਕਾਰ ਨੇ ਫਿਰ ਇਸ ਨੂੰ ਸੀਬੀਆਈ ਦੇ ਹੱਥ ਦੇ ਵਿੱਚ ਦਿੱਤਾ ਹੈ ਔਰ ਰੇਲਵੇ ਬੋਰਡ ਨੇ ਵੀ ਇਸ ਦੇ ਉੱਤੇ 1 ਮਿੰਟ ਲਈ ਵੀ ਇਤਰਾਜ਼ ਨਹੀਂ ਜਤਾਇਆ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ ਕਿ ਸਾਡੇ ਅੰਦਰੂਨੀ ਕਿਤੇ ਨਾ ਕਿਤੇ ਕਿਸੇ ਕਮੀ ਰਹਿ ਗਈ ਹੈ ਜਾਂ ਕਿਸੇ ਸਾਜ਼ਿਸ਼ਕਰਤਾ ਨੇ ਬਹੁਤ ਵੱਡੀ ਸਾਜ਼ਿਸ਼ ਰਚਤੀ ਹੈ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਤੇ ਇਸ ਕਰਕੇ ਇਹ ਜਿਹੜੀ ਹੈ ਸੀਬੀਆਈ ਜਾਂਚ ਹੋ ਰਹੀ ਹੈ, ਤੇ ਅਗਰ ਹੋ ਰਹੀ ਹੈ ਤੇ ਕੋਈ ਏਡੀ ਵੱਡੀ ਗੱਲ ਨਹੀਂ, ਕਿਉਂਕਿ ਐਡਾ ਵੱਡਾ ਹਾਦਸਾ ਆ ਤੇ ਸਰਕਾਰ ਦੇ ਵਿੱਚ ਰਾਸ਼ਟਰੀ ਪੱਧਰ ਤੇ ਜਿਹੜੀ ਏਜੰਸੀ ਹੈ ਅਗਰ ਉਹ ਜਾਂਚ ਕਰੇਗੀ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਔਰ ਦੂਸਰੀ ਚੀਜ਼ ਸਰਕਾਰ ਇਹ ਵੀ ਸਾਬਿਤ ਕਰਨਾ ਚਾਹੁੰਦੀ ਹੈ ਕਿ ਜੋ ਸਰਕਾਰ ਦਾ ਐਡਾ ਵੱਡਾ ਸਿਕਿਉਰ ਸਿਸਟਮ ਹੈ, ਕਿਉਂਕਿ ਰੇਲਵੇ ਕੁਝ ਸਾਲ ਪਹਿਲਾਂ ਤੱਕ ਘਾਟੇ 'ਚ ਜਾਂਦਾ ਸੀ, ਹੁਣ ਉਹੀ ਰੇਲਵੇ ਜਿਹੜਾ ਆ ਉਹ ਤਰੱਕੀਆਂ ਕਰ ਰਿਹਾ ਹੈ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਸਾਡੀ ਨਵੀਆਂ ਬਣੀਆਂ ਰੇਲਾਂ ਦਾ ਜਿਹੜਾ ਆ ਉਹ ਮੰਗ ਕੀਤੀ ਜਾ ਰਹੀ ਹੈ। ਤੇ ਠੀਕ ਹੈ, ਹੋ ਸਕਦਾ ਕਿ ਦੂਸਰੇ ਕੁਝ ਦੇਸ਼ ਜਾਂ ਕੋਈ ਦੂਸਰੀਆਂ ਵਿਰੋਧੀ ਤਾਕਤਾਂ ਇਸ ਦੇ ਵਿੱਚ ਕੋਈ ਆਪਣਾ ਹਸਤਸ਼ੇਪ ਕਰਕੇ ਨੁਕਸਾਨ ਕਰਨਾ ਚਾਹੁੰਦੇ ਹੋਣ, ਇਸ ਨੂੰ ਬਦਨਾਮ ਕਰਨਾ ਚਾਹੁੰਦੇ ਹੋਣ, ਤਾਂ ਉਹ ਵੀ ਸਰਕਾਰ ਚਾਹੁੰਦੀ ਹੈ ਕਿ ਉਹ
ਕਲੀਅਰ ਹੋ ਸਕੇ, ਦੁਨੀਆ ਦੇ ਸਾਹਮਣੇ ਇਹ ਗੱਲ ਆ ਸਕੇ ਕਿ ਵੀ ਇਸ ਦੇ ਵਿੱਚ ਇੱਕ ਬੜੀ ਵੱਡੀ ਜਿਹੜੀ ਹੈ ਸਾਜ਼ਿਸ਼ ਉਹ ਰਚੀ ਗਈ ਸੀ, ਤੇ ਉਸ ਸਾਜ਼ਿਸ਼ ਨੂੰ ਬੇਪਰਦਾ ਕਰਕੇ ਔਰ ਜਿਹੜੇ ਵੀ ਇਸ ਦੇ ਗੁਨਾਹਗਾਰ ਸਾਹਮਣੇ ਆਣਗੇ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ, ਤਾਂ ਕਿ ਕੋਈ ਵੀ ਸਾਜ਼ਿਸ਼ ਜਿਹੜੀ ਆ ਕਰਨ ਦੀ ਹਿੰਮਤ ਨਾ ਕਰੇ। ਔਰ ਦੂਸਰੀ ਚੀਜ਼, ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਤੇ ਆਪਣੇ ਮਹਿਕਮਿਆਂ ਨੂੰ ਹੋਰ ਵੀ ਚੌਕਸੀ ਵਰਤਣੀ ਪਊਗੀ, ਤਾਂ ਕਿ ਇਸ ਤਰ੍ਹਾਂ ਦੀ ਸਾਜ਼ਿਸ਼ ਹੋਰ ਕਿਸੇ ਮਹਿਕਮੇ ਦੇ ਵਿੱਚ ਦੁਬਾਰਾ ਜਿਹੜੀ ਆ ਕਿਤੇ ਨਾ ਹੋਵੇ। ਇਸ ਦੇ ਲਈ ਉਹਨਾਂ ਦੇ ਉੱਤੇ ਵੀ ਇੱਕ ਜਿਹੜੀ ਹੈ ਪੈਣੀ ਨਜ਼ਰ ਰੱਖਣ ਦੀ ਜ਼ਰੂਰਤ ਹੈ, ਮੇਰਾ ਐਸਾ ਮੰਨਣਾ ਹੈ। ਜੀ ਜੀ ਕਮਰ ਮੰਜ਼ਲ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ, ਮਹਿੰਦਰੂ ਜੀ ਵੀ ਲਗਭਗ ਉਸੇ ਪੈਟਰਨ ਤੇ ਗੱਲ ਕਰਦੇ ਨਜ਼ਰ ਆਏ ਨੇ। ਉਹਨਾਂ ਨੇ ਵੀ ਤੁਹਾਡੇ ਜਿਹੜਾ ਖਦਸ਼ਾ ਆ ਕਿ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੜਬੜ ਹੈ ਤੇ ਉਹਦੇ ਉੱਤੇ ਮੋਹਰ ਲਗਾਈ ਹੈ, ਤੇ ਨਾਲ ਦੇ ਨਾਲ ਇਹਦੇ ਤੇ ਸੂਚਨਾ ਇਹ ਵੀ ਹੈ, ਹੁਣ ਤੱਕ ਦੀ ਸੂਚਨਾ ਇਹ ਦੱਸਦੀ ਹੈ, ਕਿਉਂਕਿ ਰੇਲਵੇ ਸਟੇਸ਼ਨ ਦਾ ਜਿਹੜਾ ਸਟੇਸ਼ਨ ਮਾਸਟਰ ਹੁੰਦੇ ਨੇ ਉਹਨਾਂ ਦੀ ਨਿਗਰਾਨੀ 'ਚ ਸਾਰੀ ਸਿਕਿਉਰਿਟੀ ਚੱਲਦੀ ਹੈ, ਉਹਦੇ ਬੰਦੇ ਨਜ਼ਰੀ ਸਾਰੀ ਆ ਜਿਹੜਾ ਟ੍ਰੇਨ ਦਾ ਟ੍ਰੈਫਿਕ ਜਿਹੜਾ ਵਧੀਆ ਤਰੀਕੇ ਨਾਲ ਚੱਲਦਾ। ਤੇ ਕਹਿੰਦੇ ਕਿਸੇ ਇੱਕ ਜਾਂ ਦੋ ਸਟੇਸ਼ਨ ਨੇ ਜਿਹੜੇ ਅਗਲੇ ਪਿਛਲੇ, ਉਹਨਾਂ ਦੇ ਜਿਹੜੇ ਮਾਸਟਰ ਨੇ, ਸਟੇਸ਼ਨ ਮਾਸਟਰ, ਉਹ ਵੀ ਗਾਇਬ ਨੇ, ਘਰੋਂ ਕਹਿੰਦੇ ਫਰਾਰ ਨੇ ਪਰਿਵਾਰ ਸਮੇਤ। ਸ਼ਾਇਦ ਇਹ ਵੀ ਕਿਸੇ ਸਾਜ਼ਿਸ਼ ਵੱਲ ਹੀ ਇਸ਼ਾਰਾ ਕਰਦਾ। ਪਰ ਇੱਥੇ ਇੱਕ ਹੋਰ ਚੀਜ਼ ਹੈ ਜਿਹੜੀ ਗੱਲ ਧਿਆਨ ਦੇਣਾ ਮੰਗਦੀ ਹੈ। ਜਦੋਂ ਕਿਤੇ ਬਾਲਾਕੋਟ ਸਟ੍ਰਾਈਕ ਹੁੰਦੀ ਹੈ, ਜਦੋਂ ਕਿਤੇ ਛੋਟਾ ਮੋਟਾ ਕੋਈ ਦੇਸ਼ ਆਪਣੀ ਕਾਰਵਾਈ ਕਰਦਾ ਵਿਦੇਸ਼ਾਂ ਦੇ ਵਿੱਚ ਅੱਤਵਾਦ ਨੂੰ ਖਤਮ ਕਰਨ ਲਈ, ਤੇ ਬਹੁਤ ਤਰ੍ਹਾਂ ਦੀ ਆਪਾਂ ਜਿਵੇਂ ਟੂਲ ਕਿਟ ਕਹਿੰਦੇ ਆ ਵੀ ਸਾਡੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਮੋਦੀ ਜੀ ਦਾ ਅਸਤੀਫਾ ਮੰਗਣ ਤੋਂ ਹੀ ਗੱਲ ਸ਼ੁਰੂ ਕਰਦੀਆਂ ਨੇ। ਉਹ ਕਹਿੰਦੀਆਂ ਨੇ ਸਾਨੂੰ ਸਬੂਤ ਦਿਖਾਓ, ਸਬੂਤ ਮੰਗਣੇ ਸ਼ੁਰੂ ਹੋ ਜਾਂਦੇ ਨੇ ਛੋਟੀ ਛੋਟੀ ਗੱਲ ਤੇ। ਵੱਡੀ ਗੱਲ ਇੱਕ ਨਜ਼ਰ ਹੈ, ਇਹ ਦੇਖਣ ਵਾਲੀ ਗੱਲ ਹੈ ਕਿ ਐਡਾ ਵੱਡਾ ਹਾਦਸਾ ਹੋ ਗਿਆ। ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ, ਉਹਨਾਂ ਨੇ ਨਾ ਤਾਂ ਇਸ ਹਾਦਸੇ ਉੱਤੇ ਕੋਈ ਬਹੁਤਾ ਉਸ ਤਰ੍ਹਾਂ ਦਾ ਸੰਵੇਦਨਸ਼ੀਲਤਾ ਪ੍ਰਗਟਾਈ ਹੈ, ਪਰ ਨਾਲ ਹੀ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਇਹਦੇ ਉੱਤੇ ਸਰਕਾਰ ਦੇ ਖਿਲਾਫ ਕੋਈ ਪ੍ਰਤੀਕਰਮ ਦੇਣ ਤੋਂ ਵੀ ਜਿਹੜੀਆਂ ਪਾਰਟੀਆਂ ਕੀ ਬਚੀਆਂ ਨੇ। ਕੀ ਲੱਗਦਾ ਇਹ ਕਿਸੇ ਯੋਜਨਾ ਦਾ ਹਿੱਸਾ ਹੈ ਕਿ ਸਿਆਸੀ ਪਾਰਟੀਆਂ ਨੇ ਵੀ ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ, ਜਾਂ ਕੀ ਕਿਵੇਂ ਦੇਖਦੇ ਹੋ ਸੀ ਕਮਰ ਮੰਜ਼ਲ ਜੀ? ਸੰਧੂ ਸਾਹਿਬ, ਤੁਸੀਂ ਇੱਕ ਚੀਜ਼ ਨੋਟਿਸ ਕਰਨਾ, ਜਿਹੜੇ ਦੇਖੋ ਪ੍ਰਮਾਤਮਾ ਕਰੇ ਇਹ ਚੀਜ਼ਾਂ ਸੱਚ ਨਾ ਹੋਣ, ਬਟ ਮੈਂ ਜਿੱਥੋਂ ਤੱਕ ਮਹਿਸੂਸ ਕਰ ਰਿਹਾ ਕਿ ਮੋਦੀ ਸਾਹਿਬ ਆਪਣੇ 9 ਸਾਲ ਪੂਰੇ ਹੋਣ ਦਾ ਜਸ਼ਨ ਸਾਰੇ ਹਿੰਦੁਸਤਾਨ 'ਚ ਭਾਜਪਾ ਜਿਹੜੀ ਉਹ ਮਨਾ ਰਹੀ ਆ। ਮੋਦੀ ਸਾਹਿਬ ਦੇ 9 ਸਾਲਾਂ ਦੀਆਂ ਉਪਲਬਧੀਆਂ ਨੂੰ ਸਾਰੇ ਦੇਸ਼ ਦੇ ਵਿੱਚ ਜਿਹੜਾ ਵਾ ਉਹ ਮਤਲਬ ਕਿ ਵਿਤਰਨ ਕੀਤਾ ਜਾ ਰਿਹਾ ਵੀ ਇਹ ਉਪਲਬਧੀਆਂ ਦੇਸ਼ ਨੇ ਕੀਤੀਆਂ, ਉਹਦਾ ਪ੍ਰਚਾਰ ਹੋ ਰਿਹਾ। ਤੇ ਇਸ ਮੌਕੇ ਦੇ ਉੱਤੇ ਏਡੇ ਵੱਡੇ ਹਾਦਸੇ ਦਾ ਹੋਣਾ, ਮਤਲਬ ਇਹ ਟੂਲ ਕਿਟ ਹੀ ਹੈ, ਸਿੱਧੀ ਟੂਲ ਕਿਟ ਹੈ। ਇਹਦੀ ਬੜੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਮੇਰਾ ਇਹ ਮੰਨਣਾ ਹੈ, ਪਰਮਾਤਮਾ ਨਾ ਕਰੇ ਕਿ ਲੋਕ ਇਨਵੋਲਵ ਹੋਣ, ਪਰ ਜਿਹੜੇ ਵੀ ਪੋਲੀਟੀਕਲ ਬੰਦੇ ਇਸ ਹਾਦਸੇ ਦਾ ਹਿੱਸਾ ਨਿਕਲਣ, ਉਹਨਾਂ ਦੇ ਨਾਲ ਬਹੁਤ ਸਖਤੀ ਨਾਲ ਪੇਸ਼ ਆਉਣ ਦੀ ਜ਼ਰੂਰਤ ਹੈ। ਔਰ ਮੇਰਾ ਇਹ ਮੰਨਣਾ ਹੈ ਕਿ ਇਹ ਇੱਕ ਬੜਾ ਸੰਵੇਦਨਸ਼ੀਲ ਮੁੱਦਾ ਆ। ਲੋਕ ਮਰੇ ਨੇ, ਲੋਕਾਂ ਦੇ ਘਰ ਬਰਬਾਦ ਹੋਏ ਨੇ। ਇਹਦੇ ਤੇ ਰਾਜਨੀਤੀ ਕਰਨੀ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ, ਇਹਦੇ ਤੋਂ ਪੋਲੀਟੀਕਲ ਪਾਰਟੀਆਂ ਨੂੰ ਬਚਣ ਦੀ ਜ਼ਰੂਰਤ ਹੈ। ਮੈਂ ਇੱਕ ਚੀਜ਼ ਨੋਟਿਸ ਕਰ ਰਿਹਾ ਸੀ, ਸਾਡੇ ਦੀਦੀ ਮਮਤਾ ਬੈਨਰਜੀ ਬੰਗਾਲ ਛੱਡ ਕੇ ਤੇ ਭੱਜੇ ਆਏ ਉੜੀਸਾ ਦੇ, ਉੱਥੇ ਆਣ ਕੇ ਤੇ ਬੜੀਆਂ ਇਹਨਾਂ ਨੇ ਮਤਲਬ ਕਿ ਪ੍ਰੋਪਰ ਰਾਜਨੀਤੀ ਕੀਤੀ। ਸੰਵੇਦਨਾ ਤੇ ਚਲੋ ਜਿਹੜੀ ਕੀਤੀ ਉਹਦੇ ਨਾਲ ਉਹਨਾਂ ਨੇ ਰਾਜਨੀਤੀ ਕਰਨ ਤੋਂ ਵੀ ਪਛੜਨ ਦੀ। ਮੇਰਾ ਇਹ ਮੰਨਣਾ ਕਿ ਇਸ ਲੈਵਲ ਦੇ ਉੱਤੇ ਰਾਜਨੀਤੀ ਦਾ ਸਤਰ ਨਹੀਂ ਡਿੱਗਣਾ ਚਾਹੀਦਾ ਕਿ ਅਸੀਂ ਮੌਤਾਂ ਦੇ ਉੱਤੇ ਵੀ ਜਿਹੜੀ ਆ ਰਾਜਨੀਤੀ ਸ਼ੁਰੂ ਕਰ ਦਈਏ। ਲੋਕ ਮਰੇ ਨੇ ਔਰ ਇਹਦੀ ਬੜੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ 100% ਟੂਲ ਕਿਟ ਨਿਕਲੇਗੀ ਮੋਦੀ ਸਾਹਿਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਸਾਰਾ ਸਿਨੈਰੀਓ ਘੜਿਆ ਗਿਆ। ਮੈਂ ਤੁਹਾਨੂੰ ਬੇਨਤੀ ਕੀਤੀ ਵੀ 9 ਸਾਲ ਦੇ ਉਪਲਬਧੀਆਂ ਦੇ ਜੁੜਾਵ ਦੇ ਵਿੱਚ ਇੱਕ ਵੱਡਾ ਦਾਗ ਲਾਉਣ ਦੀ ਇਹ ਕੋਸ਼ਿਸ਼ ਹੈ। ਪਰਮਾਤਮਾ ਨਾ ਕਰੇ ਕਿ ਸਾਡੇ ਲੋਕ ਇਨਵੋਲਵ ਨਿਕਲਣ, ਪਰ ਨਿਕਲਣਗੇ ਜ਼ਰੂਰ। ਜੀ ਔਰ ਇਹ ਦੁੱਖ ਦੀ ਆਵਾਜ਼ ਮੇਰੀ ਆ ਰਹੀ ਕਮਰ ਮੰਜ਼ਲ ਜੀ? ਹਾਂਜੀ, ਆਵਾਜ਼ ਆ ਰਹੀ ਹੈ ਜੀ। ਔਰ ਬੜੀ ਦੁੱਖ ਦੀ ਗੱਲ ਹੈ, ਮਤਲਬ ਕਿ ਜੇ ਸਾਡੀਆਂ ਪੋਲੀਟੀਕਲ ਪਾਰਟੀਆਂ ਦੇਸ਼ ਦੇ ਵਿਕਾਸ ਨੂੰ ਮੁੱਦਾ ਨਹੀਂ ਰੱਖਦੀਆਂ, ਤਰੱਕੀ ਨੂੰ ਨਹੀਂ ਉਹਦਾ ਯੋਗ ਦਾ ਹਿੱਸਾ ਨਹੀਂ ਬਣਦੀਆਂ, ਉਲਟਾ
ਜਦੋਂ ਕੋਈ ਇਹੋ ਜਿਹੀ ਵਾਰਦਾਤ ਜਾਂ ਹਰਕਤ ਹੁੰਦੀ ਆ ਉਹਦੇ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਜਿਹੜਾ ਉਹ ਆਪਣੀ ਪ੍ਰਾਥਮਿਕਤਾ। ਅਗਰ ਜੇ ਮੈਂ ਬੇਨਤੀ ਕਰਨੀ ਚਾਹਾਂਗਾ, ਪਿਛਲੇ ਸਮੇਂ ਦੇ ਵਿੱਚ ਜਦੋਂ ਸਰਜੀਕਲ ਸਟ੍ਰਾਈਕ ਪ੍ਰਧਾਨ ਮੰਤਰੀ ਜੀ ਨੇ ਕੀਤੀ ਤੇ ਸਾਡੇ ਦੇਸ਼ ਦੇ ਵਿੱਚ ਇੰਨਾ ਬਵਾਲ ਉੱਠਿਆ, ਉਹਦੇ ਸਬੂਤ ਮੰਗਣੇ ਸ਼ੁਰੂ ਕਰ ਦਿੱਤੇ, ਜਦ ਕਿ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਹ ਇੰਨੀ ਗੱਲ ਕਹਿ ਰਹੇ ਕਿ ਹਿੰਦੁਸਤਾਨ ਸਾਡੇ ਕੰਟਰੀ ਜਾਣ ਕੇ ਤੇ ਸਾਡੀ ਮੰਜੀ ਠੋਕ ਗਿਆ। ਵੇਖੋ ਕਿੰਨੀ ਸ਼ਰਮਿੰਦਗੀ ਦੀ ਗੱਲ ਹੈ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਤੇ ਜਾਂ ਆਪਣੇ ਦੇਸ਼ ਦੀ ਸੈਨਾ ਤੇ ਜਾਂ ਦੇਸ਼ ਦੀ ਵਿਵਸਥਾ ਤੇ ਵਿਸ਼ਵਾਸ ਨਹੀਂ ਕਰਦੇ, ਤੇ ਅਸੀਂ ਬਾਹਰਲੇ ਮੁਲਕ ਜਿਨ੍ਹਾਂ ਦੇ ਜਿਹੜੇ ਸਾਡੇ ਦੁਸ਼ਮਣ ਨੇ ਉਹਨਾਂ ਦੇ ਭਾਈਵਾਲ ਬਣਨਾ ਜ਼ਰੂਰੀ ਸਮਝਦੇ ਆ। ਔਰ ਇਹੋ ਜਿਹੀਆਂ ਰਾਜਨੀਤੀ ਕਰਨੀ ਜਿਹੜੀ ਆ ਨਾ, ਉਹਦਾ ਮੁਆਵਜ਼ਾ ਪਹਿਲਾਂ ਵੀ ਉਹ ਭੁਗਤ ਰਹੇ ਨੇ, ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੇ ਭੁਗਤਣਾ ਹੀ ਆ। ਦੇਸ਼ ਸਰਵੋਪ੍ਰਿਯ ਹੋਣਾ ਚਾਹੀਦਾ। ਰਾਜਨੀਤੀ ਕਰੋ, ਤੁਸੀਂ ਮੁੱਦਿਆਂ ਦੀ ਰਾਜਨੀਤੀ ਕਰੋ। ਤੁਹਾਡੀ ਮੋਦੀ ਸਾਹਿਬ ਨਾਲ ਕੋਈ ਮੁਸ਼ਕਲ ਆ, ਉਹਨਾਂ ਦਾ ਵਿਰੋਧ ਕਰੋ, ਪਰ ਦੇਸ਼ ਦੀ ਤਰੱਕੀ ਦਾ ਵਿਰੋਧ ਨਾ ਕਰੋ। ਮਹਿੰਦਰ ਜੀ, ਮੈਂ ਲੱਗਦਾ ਸਰਦਾਰ ਜੀ ਤਾਂ ਸਿਆਸੀ ਪਾਰਟੀਆਂ ਤੇ ਵੜ ਰਹੇ ਨੇ ਤੇ ਜੇ ਸਾਡੀਆਂ ਟ੍ਰੇਨਾਂ ਐਕਸਪੋਰਟ ਹੋ ਰਹੀਆਂ ਨੇ, ਜਿਹੜਾ ਸਾਰੀ ਉਮਰ ਜੋ ਦੇਸ਼ ਆਜ਼ਾਦ ਹੋਇਆ ਘਾਟੇ 'ਚ ਰਿਹਾ, ਅੱਜ ਉਹ ਪ੍ਰੋਫਿਟ ਵਾਲੇ ਬੰਨੇ ਵੱਧ ਰਿਹਾ। ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਪਚੀਆਂ ਹੋਣਗੀਆਂ। ਔਰ ਇਹਦੇ 'ਚ ਮੈਂ ਸਰਕਾਰ ਨੂੰ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ, ਸਾਡੇ ਹੋਰ ਜਿਵੇਂ ਸਾਡੀਆਂ ਪੋਰਟ ਅਥਾਰਟੀਜ਼ ਨੇ, ਜਿਵੇਂ ਸਾਡਾ 에ਅਰ ਸਿਸਟਮ ਹੈ, ਇਹਦੇ ਤੇ ਵੀ ਬੜੀ ਪੈਨੀ ਨਿਗਾਹ ਰੱਖਣ ਦੀ ਲੋੜ ਹੈ। ਜੇ ਇੱਥੇ ਹਰਕਤ ਹੋਈ ਆ ਤਾਂ ਹਰਕਤ ਕਿਤੇ ਹੋਰ ਵੀ ਹੋ ਸਕਦੀ ਆ, ਕਿਉਂਕਿ ਕੁਝ ਲੋਕਾਂ ਦਾ ਅਖਲਾਕ ਇਸ ਲੈਵਲ ਤੇ ਗਿਰ ਚੁੱਕਾ ਹੈ ਕਿ ਉਹ ਦੇਸ਼ ਦੀ ਤਰੱਕੀ ਵੀ ਬਰਦਾਸ਼ਤ ਨਹੀਂ ਕਰ ਪਾ ਰਹੇ। ਤੇ ਮੇਰਾ ਇਹ ਮੰਨਣਾ ਕਿ ਉਹਨਾਂ ਦੇ ਉੱਤੇ ਵੀ ਬੜੀ ਪੈਨੀ ਨਿਗਾਹ ਔਰ ਬਹੁਤ ਜ਼ਿਆਦਾ ਸਖਤ ਸਿਕਿਉਰਿਟੀ ਦੀ ਜ਼ਰੂਰਤ ਹੈ। ਰਜਿੰਦਰ ਮਹਿੰਦਰ ਜੀ, ਕੌਮਾਂਤਰੀ ਹਾਲਾਤਾਂ ਤੇ ਅਗਰ ਨਜ਼ਰ ਮਾਰੀਏ, ਐਸੇ ਕਿਹੜੇ ਸਮੀਕਰਨ ਬਣਦੇ ਨਜ਼ਰ ਆ ਰਹੇ ਨੇ ਜਿਹਨਾਂ ਸਮੀਕਰਨਾਂ ਦੇ ਮੱਦੇ ਨਜ਼ਰ ਇਹ ਗੱਲ ਜਿਹੜੀ ਆ ਹੋਰ ਪੁਖਤਾ, ਹੋਰ ਬਲ ਮਿਲਦਾ ਇਸ ਗੱਲ ਨੂੰ ਕਿ ਸੱਚਮੁੱਚ ਇਹ ਕੌਮੀ ਹੀ ਨਹੀਂ ਕੌਮਾਂਤਰੀ ਪੱਧਰ ਦੀ ਸਾਜ਼ਿਸ਼ ਕਿਸੇ ਟੂਲ ਕਿਟ ਦਾ ਹਿੱਸਾ ਹੋ ਸਕਦਾ? ਦੇਖੋ ਸਰ, ਗੱਲ ਇਹ ਹੈ ਕਿ ਅਗਰ ਇਸ ਨੂੰ ਸਾਜ਼ਿਸ਼ ਦੀ ਨਜ਼ਰ ਨਾਲ ਹੀ ਦੇਖਿਆ ਜਾਵੇ ਤਾਂ ਫਿਰ ਪਿਛਲੇ ਦਿਨਾਂ ਦੇ ਵਿੱਚ ਕਈ ਚੀਜ਼ਾਂ ਐਸੀਆਂ ਹੋਈਆਂ ਜਿਹੜੀਆਂ ਚੀਜ਼ਾਂ ਇਹ ਸਾਬਿਤ ਕਰਦੀਆਂ ਨੇ ਕਿ ਬਈ ਇਹ ਵੀ ਇੱਕ ਸਾਜ਼ਿਸ਼ ਹੋ ਸਕਦੀ ਹੈ, ਕਿਉਂਕਿ ਛੋਟੇ-ਛੋਟੇ ਮੁੱਦਿਆਂ ਨੂੰ ਵੀ ਵੱਡੇ ਪੱਧਰ ਦੇ ਉੱਤੇ ਉਛਾਲਣਾ, ਨਾ ਕਿ ਉਸ ਦਾ ਸਮਾਧਾਨ ਕਰਵਾਉਣ ਦੇ ਲਈ ਕੋਈ ਹੱਲ ਲੱਭਣਾ ਜਾਂ ਉਸ ਦੇ ਲਈ ਕੋਈ ਸੁਝਾਅ ਦੇਣਾ, ਬਟ ਉਸ ਮੁੱਦੇ ਨੂੰ ਵੱਡੇ ਪੱਧਰ ਤੇ ਉਛਾਲਣਾ। ਉਹਨਾਂ ਦੇ ਵਿੱਚੋਂ ਕਿਸਾਨ ਮੁੱਦਾ, ਜਿਹੜਾ ਕਿਸਾਨੀ ਅੰਦੋਲਨ ਸੀ, ਉਹ ਵੀ ਇਸ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਸੀ, ਕਿਉਂਕਿ ਅਗਰ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਕਿਸੇ ਸਮੁਦਾਇ ਦੀ ਜਾਂ ਕਿਸੇ ਇੱਕ ਪੇਸ਼ੇ ਦੀ ਜਾਂ ਕਿਸੇ ਵੀ ਇੱਕ ਕਮਿਊਨਿਟੀ ਦੀ ਕੋਈ ਵੀ ਅਗਰ ਕੋਈ ਪ੍ਰੋਬਲਮ ਹੈ ਤਾਂ ਉਸ ਦਾ ਇਹ ਹੱਲ ਨਹੀਂ ਹੈ ਕਿ ਵੀ ਉਸ ਨੂੰ ਤੁਸੀਂ ਨੈਸ਼ਨਲ ਲੈਵਲ ਦੇ ਉੱਤੇ ਕਿਸੇ ਵੀ ਐਸੇ ਮੁਹਿੰਮ ਦਾ ਉਹਦੇ 'ਚ ਆਗਾਜ਼ ਕਰੋ ਜਿਸ ਦੇ ਨਾਲ ਜਨਤਾ ਦੀ ਜੁੜੀ ਹੋਈ ਪ੍ਰਾਪਰਟੀਜ਼ ਹੈ ਉਹਨਾਂ ਨੂੰ ਨੁਕਸਾਨ ਕੀਤਾ ਜਾਵੇ, ਤਾਂ ਕਿ ਉਸ ਦੇ ਵਿੱਚ ਜਿਹੜੀ ਹੈ ਕੇਂਦਰ ਸਰਕਾਰ ਨੂੰ ਟਾਰਗੇਟ ਕੀਤਾ ਜਾਵੇ। ਅਗਰ ਐਸੀਆਂ ਕਈ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਦੇਖੀਏ ਤਾਂ ਇਹ ਉੱਭਰ ਕੇ ਸਾਹਮਣੇ ਆਈਆਂ, ਜਿਨ੍ਹਾਂ ਦੇ ਨਾਲ ਕਈ ਵਾਰੀ ਕੀ ਹੁੰਦਾ ਕਿ ਮੁੱਦਾ ਕਿਸੇ ਦੂਸਰੀ ਸਟੇਟ ਦਾ ਹੁੰਦਾ ਆ, ਪਰ ਉਸ ਦੇ ਵਿੱਚ ਪੱਛਮ ਬੰਗਾਲ ਦੀ ਜਿਹੜੀ ਹੈ ਮੁੱਖ ਮੰਤਰੀ ਹੈ ਉਹ ਦਖਲ ਅੰਦਾਜ਼ੀ ਕਰਦੀ ਆ। ਕਿਸੇ ਦੇ ਵਿੱਚ ਮੁੱਦਾ ਕਿਸੇ ਹੋਰ ਸਟੇਟ ਦਾ ਹੁੰਦਾ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਜਾ ਕੇ ਐਂਟਰੀ ਕਰਦੇ ਆ। ਮੁੱਦਾ ਕਿਸੇ ਹੋਰ ਕਿਲ ਦਾ ਹੁੰਦਾ ਹੈ, ਉਹਦੇ 'ਚ ਦੂਸਰੀਆਂ ਸਟੇਟਾਂ ਦੇ ਜਿਹੜੇ ਹੈ ਉਹ ਰਾਜਨੇਤਾ ਉਹ ਜਾ ਕੇ ਐਂਟਰੀ ਕਰਦੇ ਆ। ਤਾਂ ਇਹ ਚੀਜ਼ਾਂ ਨੂੰ ਦੇਖ ਕੇ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਮੋਦੀ ਵਿਰੋਧੀ ਸਾਜ਼ਿਸ਼ ਜਿਹੜੀ ਹੈ ਉਹ ਹੋ ਸਕਦੀ ਆ, ਪਰ ਮੈਂ ਇਸ ਗੱਲ ਨਾਲ ਬਿਲਕੁਲ 100% ਸਹਿਮਤ ਨਹੀਂ ਹੈ ਕਿ ਵੀ ਇਹ ਸਿਰਫ ਇੱਕ ਸਾਜ਼ਿਸ਼ ਹੀ ਹੋ ਸਕਦੀ ਆ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਜਦੋਂ ਤੱਕ ਇਹ ਸਾਜ਼ਿਸ਼, ਠੀਕ ਹੈ, ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜ਼ਰੂਰ ਜਾਵੇ, ਪਰ ਜਿੱਥੇ ਕਿਤੇ ਆਪਣੀਆਂ ਵੀ ਕਮੀਆਂ ਰਹੀਆਂ, ਮਹਿਕਮੇ ਦੀਆਂ ਕਮੀਆਂ, ਅਗਰ ਉਹ ਕੇਂਦਰ ਸਰਕਾਰ ਦੇ ਅੰਦਰ ਆਂਦਾ ਮਹਿਕਮਾ ਆ ਔਰ ਹਿੰਦੁਸਤਾਨ ਦੀ ਬੈਕਬੋਨ ਮੰਨਿਆ ਹੋਇਆ ਮਹਿਕਮਾ ਜਿਹੜਾ ਹੈ ਰੇਲਵੇ ਹੈ, ਅਗਰ ਉਸ ਦੇ ਵਿੱਚ ਐਡੀ ਵੱਡੀ ਚੂਕ ਮਹਿੰਦਰ ਜੀ, ਲੱਗਦਾ ਕਿ ਇਹਨਾਂ ਦਾ ਡਿਸਕਨੈਕਟ ਹੋ ਗਏ ਨੇ ਸਾਡੇ ਨਾਲ। ਕਮਰ ਮੰਜ਼ਲ ਜੀ, ਆਵਾਜ਼ ਆ ਰਹੀ ਮੇਰੀ? ਹਾਂਜੀ, ਬਿਲਕੁਲ ਆ ਰਹੀ ਹੈ ਜੀ। ਹਾਂ ਮੰਜ਼ਲ ਜੀ, ਗੱਲ ਕਰ ਰਹੇ ਸੀ ਮਹਿੰਦਰ ਜੀ
ਕਿ ਜੀ ਰੇਲਵੇ ਹੋਵੇ, ਐਡਾ ਵੱਡਾ ਡਿਪਾਰਟਮੈਂਟ ਹੋਵੇ, ਆਪਣੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਤੇ ਜਿਹੜਾ ਇੱਥੇ ਸਿਗਨਲ ਦੀ ਗਲਤੀ ਦੱਸੀ ਜਾ ਰਹੀ ਹੈ, ਇਲੈਕਟ੍ਰੋਨਿਕ ਜਿਹੜਾ ਸਿਗਨਲ ਆ ਉਹਦੇ ਵਿੱਚ ਜੇ ਕੋਈ ਗੜਬੜ ਆ, ਉਹ ਸਟਾਫ ਦੀ ਸ਼ਮੂਲੀਅਤ ਤੋਂ ਬਗੈਰ ਤਾਂ ਨਹੀਂ ਹੋ ਸਕਦੀ, ਜਾਂ ਉਹ ਕਿਉਂਕਿ 3 ਲੇਅਰ ਹੈ ਉਹਦੀ ਪ੍ਰੋਟੈਕਸ਼ਨ ਜਿਹੜੀ ਹੈ। ਤੇ ਜੇ ਇਦਾਂ ਦੀ ਕੋਈ ਗੱਲ ਆਉਂਦੀ ਹੈ ਤੇ ਮੋਦੀ ਸਰਕਾਰ ਉਹਦੇ ਲਈ ਕਿੰਨੀ ਕੁ ਜ਼ਿੰਮੇਵਾਰ ਹੈ ਬਣਦੀ ਹੈ, ਤੇ ਉਹਦੇ ਲਈ ਕਿਹਤੇ ਜ਼ਿੰਮੇਵਾਰੀ ਬਣਦੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਇੰਜਣਾਂ ਦੇ ਵਿੱਚ ਕਹਿੰਦੇ ਜੀ ਹੁਣ ਤਾਂ ਉਹ ਆ ਗਿਆ ਕਿ ਇੰਜਣ ਦੇ ਸਾਹਮਣੇ ਅਗਰ ਇੱਕ ਦੇ ਸਾਹਮਣੇ ਦੂਜੀ ਟ੍ਰੇਨ ਜਿਹੜੀ ਆਏਗੀ ਅੱਧਾ ਕਿਲੋਮੀਟਰ ਦੇ ਕਰੀਬ ਫਰਕ ਤੇ ਪਤਾ ਲੱਗ ਜਾਏਗਾ ਕਿ ਅੱਗੇ ਜਿਹੜੀ ਆ ਉਹ ਕੁਝ ਆ ਜਾਏਗਾ, ਤੇ ਉਹਦੀਆਂ ਬ੍ਰੇਕਾਂ ਆਟੋਮੈਟਿਕ ਇੰਜਣ ਦੀਆਂ ਲੱਗ ਜਾਣਗੀਆਂ, ਭਾਵੇਂ ਡਰਾਈਵਰ ਲਗਾਵੇ ਚਾਹੇ ਨਾ ਲਗਾਵੇ, ਉਹਦੀਆਂ ਬ੍ਰੇਕਾਂ ਲੱਗਣੀਆਂ ਸ਼ੁਰੂ ਹੋ ਜਾਣਗੀਆਂ, ਗੱਡੀ ਇੱਕ ਦੂਜੇ 'ਚ ਨਹੀਂ ਟਕਰਾਏਗੀ। ਪਰ ਇੱਥੇ ਇਹ ਮਾਮਲਾ ਜਿਹੜਾ ਇਲੈਕਟ੍ਰੋਨਿਕ ਜਿਹੜਾ ਇੰਟਰਲੋਕਿੰਗ ਦਾ ਆ, ਇਹਦੇ ਨਾਲ ਦੀ ਨਾਲ ਜਿਹੜਾ ਸਟਾਫ ਹੈ ਉਹਦੀ ਅਣਗਹਿਲੀ ਦਾ ਮਾਮਲਾ ਆ, ਤੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਮਹਿੰਦਰੂ ਜੀ ਕਹਿੰਦੇ ਨੇ ਕਿ ਇਹ ਜਿਹੜੀ ਸਾਰੀ ਗੱਲ ਆ ਇਹ ਸਾਨੂੰ ਸਾਜ਼ਿਸ਼ ਜਦ ਤੱਕ ਸਾਬਤ ਨਹੀਂ ਹੋ ਜਾਂਦੀ ਉਦੋਂ ਤੱਕ ਉਧਰਲੇ ਪਾਸੇ ਨੂੰ ਲਿਜਾਣ ਦੀ ਥਾਂ ਤੇ ਸਾਨੂੰ ਇਹ ਦੇਖਣਾ ਪਊਗਾ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਕਿੱਥੇ ਕਮੀਆਂ ਰਹਿ ਗਈਆਂ। ਕਿਵੇਂ ਦੇਖਦੇ ਹੋ ਰੇਲਵੇ ਦੀਆਂ ਕਮੀਆਂ? ਸੰਧੂ ਸਾਹਿਬ, ਰੇਲਵੇ ਦੀਆਂ ਕਮੀਆਂ ਮੈਂ ਇਸ ਤੋਂ ਬਿਲਕੁਲ ਡਿਨਾਈ ਨਹੀਂ ਕਰਦਾ। ਜੇ ਡਿਪਾਰਟਮੈਂਟ ਦੀ ਨੈਗਲੀਜੈਂਸੀ ਹੈਗੀ ਸੀ ਤੇ ਐਡਾ ਵੱਡਾ ਕਾਂਡ ਹੋਇਆ। ਦੇਖੋ, ਦੋ ਚੀਜ਼ਾਂ ਇਹਦੇ 'ਚ ਨਾ ਬੜੀਆਂ ਨੋਟਿਸ ਕਰਨ ਵਾਲੀਆਂ ਨੇ। ਸਭ ਤੋਂ ਪਹਿਲਾ ਪੁਆਇੰਟ ਇਹ ਆ ਵੀ ਉੱਥੋਂ ਫਿਸ਼ ਪਲੇਟਸ ਗਾਇਬ ਪਾਈਆਂ ਗਈਆਂ। ਉਹ ਵੱਡੀਆਂ ਮਸ਼ੀਨਾਂ ਤੋਂ ਬਿਨਾਂ ਉਹ ਪਲੇਟਾਂ ਨਹੀਂ ਕੱਢੀਆਂ ਜਾ ਸਕਦੀਆਂ। ਇਹ ਸਿੱਧਾ ਸਾਜ਼ਿਸ਼ ਦਾ ਸੰਕੇਤ ਹੈ, ਕਿਉਂਕਿ ਉਹ ਇੱਕ ਮਸ਼ੀਨਰੀ ਦੇ ਤਹਿਤ ਰੇਲਵੇ ਦੇ ਟੈਕਨੀਕਲ ਬੰਦਿਆਂ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦਾ। ਉਹਨਾਂ ਦੀ ਮਿਲੀ ਭੁਗਤ 100% ਸ਼ੋਰ ਆ। ਪਰ ਇਹ ਵੀ ਗਰੰਟੀ ਹੈ ਜੇ ਮਹਿਕਮੇ ਨੂੰ ਇਸ ਗੱਲ ਦਾ ਪਤਾ ਹੋਵੇ ਤਾਂ ਕਦੀ ਵੀ ਟ੍ਰੇਨ ਨਾ ਚੜਨ ਦੇਣ। ਇੱਕ ਸਾਜ਼ਿਸ਼ ਹੀ ਹੈ, ਉਹਦੇ ਵਿੱਚ ਰੇਲਵੇ ਦੇ ਕੁਝ ਲੋਕ ਜਿਹੜੇ ਟੈਕਨੀਕਲ ਲੋਕ ਨੇ ਇਨਵੋਲਵ ਹੋ ਸਕਦੇ ਨੇ। ਉਹ ਜਾਂਚ ਤੋਂ ਬਾਅਦ ਸਾਹਮਣੇ ਆ ਜਾਏਗਾ। ਸੰਧੂ ਸਾਹਿਬ ਗੱਲ ਇਹ ਹੈ ਕਿ ਅਗਰ ਐਡੀਆਂ ਵੱਡੀਆਂ ਜਿਹੜੀਆਂ ਫਿਸ਼ ਪਲੇਟਸ ਗੈਪ ਨੇ, ਅਗਰ ਉਹ ਫਿਸ਼ ਪਲੇਟਸ ਗੈਪ ਨੇ ਤਾਂ ਉਹ ਫਿਸ਼ ਪਲੇਟਸ ਕਿਤੇ ਬੈਗ ਦੇ ਵਿੱਚ ਪਾ ਕੇ ਕੋਈ ਤਕਨੀਕੀ ਖਰਾਬੀ ਹੈ। ਅੱਛਾ, ਆਪਾਂ ਗੱਲ ਕਰ ਰਹੇ ਸੀਗੇ ਜੀ, ਤੁਸੀਂ ਜਿਹੜਾ ਸਾਜ਼ਿਸ਼ ਦੀ ਗੱਲ ਕਰ ਰਹੇ ਸੀ ਬੰਜਲ ਸਾਹਿਬ, ਵਿਦੇਸ਼ੀ ਸਾਜ਼ਿਸ਼, ਵਿਦੇਸ਼ਾਂ ਦੇ ਸਮੀਕਰਨ। ਮੈਂ ਕਿਤੇ ਸੁਣ ਰਿਹਾ ਸੀ, ਕਹਿੰਦੇ ਜਰਮਨ ਦੀ ਜਿਹੜੀ ਆਰਥਿਕ ਹਾਲਾਤ ਹੈ, ਜਰਮਨ ਸਭ ਤੋਂ ਵੱਡੀ ਆਰਥਿਕਤਾ ਹੈ ਯੂਰਪ ਦੀ। ਯੂਰਪ ਦੇ ਵਿੱਚ ਜਰਮਨ ਦੀ ਜੇ ਅਗਰ ਡਾਵਾਂਡੋਲ ਸਥਿਤੀ ਹੋ ਜਾਂਦੀ ਹੈ, ਪਿਛਲੇ ਦਿਨੀ ਖਬਰ ਆਈ ਸੀ ਕਿ ਉੱਥੇ ਹਜ਼ਾਰਾਂ ਮੁਲਾਜ਼ਮ ਜਿਹੜੇ ਕੱਢੇ ਜਾ ਰਹੇ ਨੇ ਇੰਡਸਟਰੀ ਵਿੱਚੋਂ, ਵੱਡੇ ਵੱਡੇ ਉਦਯੋਗਾਂ ਤੋਂ ਲੋਕੀ ਬੇਰੁਜ਼ਗਾਰ ਹੋ ਕੇ ਘਰ ਬਿਠਾ ਦਿੱਤੇ ਗਏ। ਕਿਵੇਂ ਦੇਖਦੇ ਹੋ ਕਿ ਇਹ ਮੁਲਕ ਜਿਹੜੇ ਆ, ਜਿਵੇਂ ਤੁਸੀਂ ਕਿਹਾ ਦੇਸ਼ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ, ਤੇ ਇਹਦੇ ਵਿੱਚ ਇਧਰਲੇ ਪਾਸੇ ਨੂੰ ਵੀ ਐਂਗਲ ਜਾਂਦਾ, ਜਾਂ ਇਹ ਚਾਈਨਾ ਤੇ ਪਾਕਿਸਤਾਨ ਵਾਲੇ ਪਾਸੇ ਨੂੰ, IS ਵਾਲੇ ਪਾਸੇ ਨੂੰ ਜਿਹੜਾ ਜ਼ਿਆਦਾ ਸਾਜ਼ਿਸ਼ ਦਾ ਜਾਪਦਾ? ਕਿਉਂਕਿ ਇਹਦੇ 'ਚ ਗੱਲ ਹੈ ਜਿਹੜੇ ਦੇਸ਼ ਦੇ ਅੰਦਰ ਸੰਗਠਨ ਨੇ, ਜਿਹੜੇ ਵੱਖਵਾਦੀ ਸੰਗਠਨ ਨੇ, ਅੱਤਵਾਦੀ ਸੰਗਠਨ ਨੇ, ਜਿਨ੍ਹਾਂ ਦਾ ਕਿ ਕੰਮ ਇਹ ਹੈ ਤੀਜੇ ਦਿਨ ਕਦੇ ਕਹਿੰਦੇ ਲਾਈਨਾਂ ਉਖਾੜ ਦਿਆਂਗੇ, ਕਦੀ ਕੁਛ ਹੁੰਦਾ ਤੇ ਕਦੀ ਕੁਛ ਹੁੰਦਾ, ਕਦੇ ਰੇਲਵੇ ਲਾਈਨ ਦੇ ਉੱਤੇ ਕੋਈ ਗਾਰਡਰ ਪਿਆ ਮਿਲਦਾ, ਕਦੇ ਉਹਦੇ ਉੱਤੇ ਕੋਈ ਹੋਰ ਚੀਜ਼ ਪਈ ਮਿਲਦੀ ਆ। ਡੀਰੇਲ ਕਰਨ ਦੀਆਂ ਟ੍ਰੇਨਾਂ ਨੂੰ ਜਿਹੜੀਆਂ ਕੋਸ਼ਿਸ਼ਾਂ ਬੜੀਆਂ ਅਸਫਲ ਵੀ ਹੋ ਚੁੱਕੀਆਂ ਨੇ। ਕੀ ਲੱਗਦਾ, ਤਾਰ ਸੱਚ ਵਿੱਚ ਸਾਜ਼ਿਸ਼ ਵੱਲ ਨੂੰ ਜਾਂਦੇ ਨੇ, ਜਾਂ ਰੇਲਵੇ ਟਰੈਕ ਦੇ ਉੱਤੇ ਕੌਣ ਏਦਾਂ ਦੀਆਂ ਚੀਜ਼ਾਂ ਰੱਖ ਜਾਂਦਾ, ਰੇਲਵੇ ਨੂੰ ਪਟੜੀ ਤੋਂ ਉਤਾਰ ਕੇ ਦੇਸ਼ ਨੂੰ ਪਟੜੀ ਤੋਂ ਕੌਣ ਉਤਾਰਨਾ ਚਾਹੁੰਦਾ? ਕੀ ਅਹਿਮੀਅਤ ਹੈ ਰੇਲਵੇ ਦੀ? ਸੰਧੂ ਸਾਹਿਬ, ਹਿੰਦੁਸਤਾਨ ਅੱਜ ਵਰਲਡ ਦੀ 5ਵੀਂ ਵੱਡੀ ਆਰਥਿਕ ਵਿਵਸਥਾ ਬਣ ਚੁੱਕਾ ਹੈ। ਠੀਕ ਆ, ਆਰਥਿਕ ਲੈਵਲ ਤੇ 5ਵਾਂ ਵੱਡਾ ਦੇਸ਼ ਹਿੰਦੁਸਤਾਨ ਬਣ ਚੁੱਕਾ ਹੈ। ਔਰ ਜਿੱਦਾਂ ਜਰਮਨ ਦੇ ਆਪਾਂ ਸੁਣਨ ਚ ਆ ਰਹੇ ਨੇ ਵੀ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ ਨੇ, ਤੇ ਬਹੁਤ ਜਲਦੀ ਸਾਲ 6 ਮਹੀਨਿਆਂ ਦੇ ਵਿੱਚ 2 ਸਾਲ ਦੇ ਵਿੱਚ ਹਿੰਦੁਸਤਾਨ ਵਰਲਡ ਦੀ 4ਥੀ ਆਰਥਿਕ ਸ਼ਕਤੀ ਬਣਨ ਦੇ ਵਿੱਚ ਜਾ ਰਿਹਾ। ਔਰ ਬੜੀ ਤੇਜ਼ੀ ਨਾਲ ਅਸੀਂ ਇਸ ਚੀਜ਼ ਨੂੰ ਵੱਧ ਰਹੇ ਹਾਂ ਕਿ ਵਰਲਡ ਦੀ 4ਥੀ ਆਰਥਿਕ ਜਿਹੜੀ ਵਿਵਸਥਾ ਹੈ ਉਹ ਹਿੰਦੁਸਤਾਨ ਬਣ ਜਾਏਗਾ। ਅੱਜ 5ਵੀਂ ਆ, ਜਰਮਨ ਦੀ ਡਾਵਾਂਡੋਲ ਸਥਿਤੀ ਕਰਕੇ ਹੀ 4ਥੀ ਅਰਥ ਵਿਵਸਥਾ ਬਣਨ ਜਾ ਰਹੇ ਆ। ਔਰ ਮੈਂ ਇਹ ਸਮਝਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਜਿਹੜੀ ਆ ਉਹਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦੀ ਹੋਏਗੀ ਕਿ ਹਿੰਦੁਸਤਾਨ ਏਡੀ ਤੇਜ਼ੀ ਨਾਲ, ਔਰ ਇਹ ਬੜੇ ਥੋੜੇ ਜਿਹੇ ਸਮੇਂ 'ਚ ਹੀ ਇਸ ਤਰੱਕੀ ਨੂੰ ਛੂਹਿਆ। ਮਾਫੀ ਦੇਣਾ, ਇਹ ਮੋਦੀ ਸਾਹਿਬ ਦੇ ਆਉਣ ਤੋਂ ਬਾਅਦ ਹੀ ਇਹ ਤਰੱਕੀਆਂ ਦੀਆਂ ਪੁਲਾਂਘਾਂ ਅਸੀਂ ਛੂਹੀਆਂ ਨੇ। ਤੇ ਅੱਜ ਅਸੀਂ ਜਿਹੜੀ ਵਰਲਡ ਦੀ 5ਵੀਂ ਅਰਥ ਵਿਵਸਥਾ ਆ, ਤੇ ਆਉਣ ਵਾਲੇ ਸਮੇਂ 'ਚ ਥੋੜੇ ਸਾਲ 6 ਮਹੀਨਿਆਂ 'ਚ ਅਸੀਂ 4ਥੀ ਅਰਥ ਵਿਵਸਥਾ ਬਣ ਜਾਵਾਂਗੇ। ਤੇ ਓਬਵੀਅਸਲੀ ਇਹ ਕੁਝ ਲੋਕਾਂ ਨੂੰ ਇਹ ਨਹੀਂ ਚੰਗਾ ਲੱਗਦਾ ਹੋਏਗਾ ਕਿ ਹਿੰਦੁਸਤਾਨ ਏਡੀ ਗਤੀ ਦੇ ਨਾਲ, ਏਡੀ ਤੇਜ਼ੀ ਦੇ ਨਾਲ ਵਰਲਡ ਦੀ ਸੁਪਰੀਮ ਪਾਵਰ ਵਾਲੀ ਸ਼ਕਤੀ ਵਾਲੇ ਪਾਸੇ ਨੂੰ ਵੱਧ ਰਿਹਾ। ਤੇ ਉਹ ਸੁਭਾਵਿਕ ਆ ਕਿ ਉਹ ਇਹੋ ਜਿਹੀਆਂ ਸੋਚਾਂ ਰੱਖਣਗੇ ਜਾਂ ਇਹੋ ਜਿਹੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਨਗੇ। ਦੇਖੋ, ਮੈਂ ਇਹ ਮੰਨਦਾ ਆ ਕਿ ਰੇਲਵੇ ਸਾਰੇ ਹਿੰਦੁਸਤਾਨ ਦਾ ਇੱਕ ਨੈਟਵਰਕਿੰਗ ਸਿਸਟਮ ਹੈ।
ਇਹ ਚਲੋ ਇਹ ਹਾਦਸਾ ਦੇ ਇੱਕ ਆਪਣੀ ਜਗ੍ਹਾ ਤੇ ਬਹੁਤ ਵੱਡੀ ਗੱਲ ਹੈ, ਇਹਨੂੰ ਮੈਂ ਮਤਲਬ ਕਿ ਮੰਨਦਾ ਹਾਂ ਕਿ ਇਹਦੇ ਤੇ ਨੈਗਲੀਜੈਂਸੀਆਂ ਰਹੀਆਂ ਨੇ ਤੇ ਹਾਦਸਾ ਹੋਇਆ। ਜੇ ਸਤਰਕ ਹੁੰਦੇ ਤੇ ਸ਼ਾਇਦ ਨਾ ਹੁੰਦਾ। ਪਰ ਮੈਂ ਇਹ ਗੱਲ ਮੰਨਣੀ ਚਾਹੁੰਦਾ ਵਾ, ਸਮਝਣਾ ਚਾਹੁੰਦਾ ਮੈਂ, ਕੋਈ ਕਿਸੇ ਦਾ ਕੀ ਕਹਿੰਦੇ ਹੁੰਦੇ ਡੰਡਾ ਮਾਰ ਗਿਆ ਤੇ ਰੇਲ ਸਾੜ ਦਿਓ, ਜੇ ਕਿਸੇ ਦਾ ਕੋਈ ਮੰਗ ਪੱਤਰਾ ਤੇ ਰੇਲ ਸਾੜ ਦਿਓ। ਮਤਲਬ ਰੇਲ ਨੂੰ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਨਾਲ ਬਿਹੇਵ ਰੇਲ ਦੇ ਨਾਲ ਰੱਖਿਆ ਗਿਆ ਕਿ ਕਿਸੇ ਦਾ ਕੁਝ, ਕਿਸੇ ਦਾ ਕੋਈ ਬਾਬਾ ਮਰ ਗਿਆ ਤੇ ਰੇਲਾਂ ਸਾੜ ਦਿਓ। ਯਾਰ ਇਹ ਆਪਾਂ ਕੀ ਸਾਬਤ ਕੀ ਕਰਨਾ ਚਾਹੁੰਦੇ ਆ? ਮੇਰੇ ਹਿਸਾਬ ਦੇ ਨਾਲ ਇਹਦਾ ਸਿਸਟਮ ਇਸ ਤਰੀਕੇ ਦਾ ਬਣਨਾ ਚਾਹੀਦਾ ਕਿ ਇਹਦੀ ਜ਼ਿੰਮੇਵਾਰੀ ਦੇਖੋ, ਸਟੇਟਾਂ ਵੀ ਇਹਦਾ ਬੜਾ ਵੱਡਾ ਬੈਨੀਫਿਟ ਚੁੱਕਦੀਆਂ ਨੇ, ਕੱਲਾ ਸੈਂਟਰ ਹੀ ਨਹੀਂ ਇਹਦਾ ਬੈਨੀਫਿਟ ਚੁੱਕਦਾ, ਸਟੇਟ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਵੱਧਦਾ। ਸਟੇਟਾਂ ਦੀ ਤਰੱਕੀ ਦੇ ਵਿੱਚ ਰੇਲਾਂ ਬੜੀਆਂ ਵੱਡੀਆਂ ਸਹਾਈ ਬਣਦੀਆਂ ਨੇ। ਜਿਹੜੀ ਵੀ ਸਟੇਟ ਦੇ ਵਿੱਚ ਰੇਲ ਦੇ ਨਾਲ ਕੁਝ ਗਲਤ ਹੁੰਦਾ ਆ ਤਾਂ ਉਸ ਸਟੇਟ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਇਆ ਜਾਵੇ ਔਰ ਉਹਦੇ ਘਾਟੇ ਵਾਧੇ ਦਾ ਨੁਕਸਾਨ ਜਿਹੜਾ ਉਸ ਸਟੇਟ ਤੋਂ ਭਰਪਾਈ ਕੀਤੀ ਜਾਵੇ। ਸਟੇਟ ਦਾ ਵੀ ਫਰਜ਼ ਬਣਦਾ ਕਿ ਰੇਲਵੇ ਦੀ ਸਿਕਿਉਰਿਟੀ ਦੀ ਮੱਦੇਨਜ਼ਰ ਰੱਖਣਾ, ਨਾ ਕਿ ਇਕੱਲੇ ਸੈਂਟਰ ਨੂੰ ਹੀ ਦੋਸ਼ੀ ਠਹਿਰਾਈ ਜਾਈਏ। ਮੇਰਾ ਇਹ ਮੰਨਣਾ ਕਿ ਆਉਣ ਵਾਲੇ ਸਮੇਂ 'ਚ ਥੋੜਾ ਕਾਨੂੰਨ 'ਚ ਸੰਸ਼ੋਧਨ ਕਰਕੇ ਸਟੇਟਾਂ ਬਰਾਬਰ ਦੇ ਉੱਤੇ ਇਹਦੀਆਂ ਉਹਦਾ ਮਤਲਬ ਕਿ ਜ਼ਿੰਮੇਵਾਰੀ ਸੌਂਪੀ ਜਾਵੇ ਵੀ ਜੇ ਰੇਲਵੇ ਨਾਲ ਕੁਝ ਵਾਧਾ ਘਾਟਾ ਹੁੰਦਾ, ਜੇ ਕੋਈ ਰੇਲਵੇ ਨਾਲ ਘਟਨਾਕ੍ਰਮ ਵਾਪਰਦਾ ਤੇ ਸਟੇਟਾਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੋਣਗੀਆਂ। ਜਦੋਂ ਡਬਲ ਸਿਕਿਉਰਿਟੀ ਦੇ ਨਾਲ ਅਸੀਂ ਉਸ ਨੂੰ ਦੇਖਾਂਗੇ ਚੀਜ਼ ਨੂੰ ਤੇ ਸਾਡੇ ਹਾਦਸੇ ਵੀ ਘਟਣਗੇ, ਸਾਡੀਆਂ ਸਾਜ਼ਿਸ਼ਾਂ ਵੀ ਘਟਣਗੀਆਂ ਔਰ ਇਹਦੇ ਵਿੱਚ ਸੂਬੇ ਆਪਣਾ ਰੋਲ ਅਦਾ ਕਰਨ, ਸਿਰਫ ਰਾਜਨੀਤੀ ਨਾ ਕਰਨ। ਉਂਗਲ ਇੰਜ ਕਰਨੀ ਬੜੀ ਆਸਾਨ ਹੈ, ਪਰ ਇੱਕ ਚੀਜ਼ ਯਾਦ ਰੱਖਣੀ ਜਿਹਦੀ ਵੀ 4 ਉਂਗਲਾਂ ਆਪਣੇ ਵੱਲ ਨੂੰ ਹੋਈਆਂ। ਮਮਤਾ ਬੈਨਰਜੀ ਉੱਥੇ ਰਾਜਨੀਤੀ ਕਰਨ ਚਲੀ ਗਈ, ਉਹਨੂੰ ਆਪਣਾ ਸਮੇਂ ਭੁੱਲ ਗਿਆ। ਜਦੋਂ ਤੂੰ ਰੇਲ ਮੰਤਰੀ ਸੀ ਤੇ ਕਿਹੜੇ ਕਿਹੜੇ ਵੱਡੇ ਹਾਦਸੇ ਉਦੋਂ ਵੀ ਹੋਏ। ਠੀਕ ਹੈ, ਕੋਈ ਨਹੀਂ ਚਾਹੇਗਾ ਕਿ ਰੇਲ ਹਾਦਸੇ ਪਰ ਕਹਿਣ ਦਾ ਭਾਵ ਤੁਸੀਂ ਰਾਸ਼ਟਰੀ ਸੁਰੱਖਿਆ ਤੇ ਕਿਹਾ ਵੀ ਰਾਸ਼ਟਰੀ ਪ੍ਰਾਪਰਟੀ ਜਿਹੜੀ ਹੈ ਉਹ ਵਿਰਾਸਤ ਹੈ, ਜਿਹੜੀ ਰਾਸ਼ਟਰੀ ਜਿਹੜੀ ਜਿੰਨਾ ਵੀ ਐਸੈਟਸ ਨੇ ਸਾਡੇ, ਉਹਨਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਸਾਰੇ ਜਿਹੜੇ ਰਾਜ ਨੇ ਉਹਨਾਂ ਨੂੰ ਵੀ ਨਾਲ ਮਿਲ ਕੇ ਯਕੀਨੀ ਬਣਾਈ ਜਾਣੀ ਚਾਹੀਦੀ। ਜਿਵੇਂ ਕਿ ਇੱਕ ਡੀਜੀਪੀ ਜਿਹੜਾ ਉਹ ਹਰ ਜ਼ਿਲ੍ਹੇ ਦੀ ਸਿਕਿਉਰਿਟੀ ਦਾ ਜ਼ਿੰਮੇਵਾਰ ਤੇ ਹੁੰਦਾ ਆ, ਪਰ ਉੱਥੋਂ ਦੇ ਐਸਐਸਪੀ ਨੇ ਜ਼ਿੰਮੇਵਾਰ ਠਹਿਰਾਉਂਦਾ ਕਿ ਏਰੀਏ ਵੰਡੇ ਹੁੰਦੇ ਨੇ, ਐਸਐਚਓ ਦੀ ਜ਼ਿੰਮੇਵਾਰੀ ਲੱਗਦੀ ਹੈ। ਇਸੇ ਤਰੀਕੇ ਨਾਲ ਜਿਹੜੀ ਹੈ ਜ਼ਿੰਮੇਵਾਰੀ ਪੰਜਾਬ ਦੀ, ਹਰਿਆਣੇ ਦੀ, ਹਰ ਅਲੱਗ-ਅਲੱਗ ਸੂਬਿਆਂ ਦੀ ਵੀ ਹੋਵੇ ਕਿ ਉਹ ਜਿਹੜੀ ਕੇਂਦਰੀਕ੍ਰਿਤ ਜਿਹੜੀ ਹੈ ਪ੍ਰਣਾਲੀ ਹੈ, ਚਾਹੇ ਉਹ 에ਅਰਲਾਈਨਾਂ ਨਾਲ ਸੰਬੰਧਿਤ ਹੋਵੇ, ਚਾਹੇ ਉਹ ਰੇਲਵੇ ਨਾਲ ਸੰਬੰਧਿਤ ਹੋਵੇ, ਚਾਹੇ ਕੋਈ ਹੋਰ ਸੰਚਾਰ ਦੇ ਸਾਧਨ ਹੋਣ, ਜਿਨ੍ਹਾਂ ਦਾ ਸੰਬੰਧ ਵੱਖ-ਵੱਖ ਸੂਬਿਆਂ ਦੇ ਨਾਲ ਹੈ, ਉਹਦੀ ਜ਼ਿੰਮੇਵਾਰੀ ਸੰਭਾਲਣ ਦੀ ਆ ਉਹ ਸਾਰਿਆਂ ਦੀ ਸਾਂਝੀ ਹੋ ਜਾਂਦੀ ਹੈ। ਇਹ ਤਾਂ ਗੱਲ ਹੋਈ ਆ ਪ੍ਰਾਪਰਟੀ ਦੀ ਸੰਭਾਲਣ, ਪਰ ਨਾਲ ਦੀ ਨਾਲ ਆਪਾਂ ਗੱਲ ਕਰਦੇ ਇੱਕ ਅੱਜ ਬੜਾ ਇੱਕ ਹੋਰ ਅਹਿਮ ਮੁੱਦਾ ਸਾਡੇ ਗੋਚਰ ਹੈ। ਕੱਲ ਦੀ ਖਬਰ ਆਈ ਹੋਈ ਹੈ ਇੱਕ ਕਿ ਸਾਡੇ ਸਮਾਜ ਜਿਹੜਾ ਕਿੱਧਰ ਨੂੰ ਜਾ ਰਿਹਾ, ਇਹਦੇ ਉੱਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗਦਾ। ਹਾਈ ਕੋਰਟ ਦੇ ਵਿੱਚ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 100 ਜੋੜਿਆਂ ਦੀ ਸੁਰੱਖਿਆ ਨੇ ਇੱਕ ਅਪੀਲ ਲਾਈ ਹੋਈ ਹੈ, ਗੁਹਾਰ ਲਗਾਈ ਹੋਈ ਹੈ। ਉਹਦੇ ਉੱਤੇ ਹਾਈ ਕੋਰਟ ਦੇ ਵਿੱਚ ਬੜੀ ਜਿਹੜੀ ਹੈ ਬਹਿਸ ਚੱਲ ਰਹੀ ਹੈ ਕਈ ਦਿਨਾਂ, ਜਿਹਦੇ ਵਿੱਚ ਅਦਾਲਤ ਜਿਹੜਾ ਫੈਸਲਾ ਨਹੀਂ ਲੈ ਪਾ। ਉਹ ਕਦੀ ਜਿਹੜਾ ਕੇਂਦਰ ਦੇ ਆ ਐਡਵੋਕੇਟ ਜਨਰਲ, ਕਦੇ ਪੰਜਾਬ ਦੇ ਆ, ਹਰਿਆਣਾ ਦੇ ਆ, ਚੰਡੀਗੜ੍ਹ ਦੇ ਆ, ਜਿੰਨੇ ਅਧਿਕਾਰੀ ਨੇ ਹੋਰ ਜਿਹੜੇ ਸੰਬੰਧਿਤ ਨੇ ਕਾਨੂੰਨੀ ਮਾਹਰ ਨੇ, ਉਹ ਉਹਨਾਂ ਨੂੰ ਸਵਾਲ ਕਰ ਰਹੀ ਆ, ਉਹਨਾਂ ਦੀ ਰਾਏ ਮੰਗ ਰਹੀ ਕਿ ਅਸੀਂ ਭਾਈ ਇਸ ਮੁੱਦੇ ਤੇ ਕੀ ਕਰੀਏ। ਕਿਉਂਕਿ ਇਹ ਉਹ ਜੋੜੇ ਨੇ, ਇਹ ਨਹੀਂ ਆ ਕਿ ਇਹ ਕਿਸੇ ਨੇ ਅੰਤਰਜਾਤੀ ਵਿਆਹ ਕਰਵਾ ਲਿਆ ਜਾਂ ਅੰਤਰਜਾਤੀ ਰਿਲੇਸ਼ਨ ਹੋ ਗਿਆ, ਮੈਰਿਜ ਕਰਨਾ ਚਾਹੁੰਦਾ ਜੋੜਾ ਤੇ ਉਹਨਾਂ ਦੀ ਸੁਰੱਖਿਆ ਖਤਰੇ 'ਚ ਪਈ ਹੈ ਤੇ ਉਹਨੂੰ ਲੱਗਦਾ ਕਿ ਹਾਂ ਜਾਤੀ ਜਿਹੜੀ ਆ ਉਹ ਸਾਡਾ ਇਹਦੇ ਵਿੱਚ ਅੜਚਨ ਨਾ ਬਣੇ। ਲੇਕਿਨ ਇਸ ਤੋਂ ਉੱਪਰ ਜਾ ਕੇ ਗੱਲ ਇਹ ਹੈ ਕਿ ਇਹਨਾਂ ਦੇ ਜੋੜੇ ਕੁਝ ਇਸ ਤਰੀਕੇ ਦੇ ਜੋੜੇ ਨੇ ਜਿਨ੍ਹਾਂ ਦੇ ਕੋਈ ਆਪ ਵਿਅਕਤੀ ਸ਼ਾਦੀशुदा ਆ ਤੇ ਉਹਨੇ ਕਿਸੇ ਕੁਆਰੀ ਕੁੜੀ ਦੇ ਨਾਲ ਜਿਹੜੇ ਆ ਕਿਸੇ ਬਾਹਰ ਥਾਂ ਜਾ ਕੇ ਰਿਲੇਸ਼ਨ ਬਣਾ ਲਏ ਤੇ ਉਹਨੂੰ ਲੱਗਦਾ ਕਿ ਮੈਂ ਤਾਂ ਇਹਦੇ ਨਾਲ ਹੀ ਰਹਿਣਾ, ਤੇ ਕਿਤੇ ਕੋਈ ਕੁਆਰੀ ਕੁੜੀ ਆ ਉਹਨੇ ਕਿਸੇ ਹੋਰ ਨਾਲ ਬਣਾ ਲਿਆ ਜਾਂ ਵਿਆਹਤਾ ਔਰਤ ਆ ਉਹ ਜਿਹੜੀ ਆ ਸੰਬੰਧ ਜਿਹੜੀ ਆ ਦੂਜਾ ਮਰਦਾਂ ਦੇ ਨਾਲ ਜਾ ਕੇ ਬਣਾਈ ਫਿਰਦੀ। ਕਈ ਜਗ੍ਹਾ ਤੇ ਦੋਨੇ ਪੱਖ ਨੇ ਉਹ ਵਿਆਹਤਾ ਨੇ ਤੇ ਆਪ ਆਪਣੇ ਰਿਲੇਸ਼ਨ ਨੂੰ ਜਿਹੜੇ ਆ ਉਹ ਤੋਂ ਬਾਗੀ ਹੋ ਕੇ ਉਹ ਇੱਕ ਦੂਜੇ ਦੇ ਨਾਲ ਰਹਿਣਾ ਚਾਹੁੰਦੇ ਆ। ਹੁਣ ਸਾਡੇ ਸਮਾਜ ਦੇ ਉੱਤੇ ਇਸ ਚੀਜ਼ ਦਾ ਕੀ ਅਸਰ ਪਏਗਾ ਔਰ ਜਿਹੜੀ ਅਦਾਲਤ ਹੈ ਉਹ ਕਿੱਦਾਂ ਦਾ ਫੈਸਲਾ ਲਏਗੀ, ਕਿੱਧਰ ਨੂੰ ਗੱਲ ਜਾਂਦੀ ਹੈ? ਕਮਰ ਮੰਜ਼ਲ ਜੀ। ਸੰਧੂ ਸਾਹਿਬ, ਇਹ ਬਹੁਤ ਚਿੰਤਾ ਦਾ ਵਿਸ਼ੇ ਹੈ। ਲਿਵ ਇਨ ਰਿਲੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਅੱਜ ਕੱਲ੍ਹ ਇਹ ਬੜਾ ਟ੍ਰੈਂਡ ਹੈ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ, ਇਹ ਵੈਸਟਰਨ ਕੰਟਰੀਜ਼ ਦਾ ਟ੍ਰੈਂਡ ਹੋ ਸਕਦਾ ਇਹੋ ਜਿਹਾ, ਹਿੰਦੁਸਤਾਨ ਦਾ ਕਲਚਰ ਇਹ ਨਹੀਂ ਹੈਗਾ। ਦੇਖੋ, ਮਾਫੀ ਦੇਣਾ, ਅਸੀਂ ਵੱਡੇ ਉਦੋਂ ਹੀ ਹੁੰਦੇ ਆ ਜਦੋਂ ਅਸੀਂ ਆਪਣੇ ਸੱਭਿਅਤਾ ਨੂੰ, ਆਪਣੇ ਕਲਚਰ ਨੂੰ ਸਾਂਭ ਕੇ ਰੱਖਦੇ ਹਾਂ।
ਤੇ ਜੇ ਅਸੀਂ ਆਪਣਾ ਕਲਚਰ ਭੁੱਲ ਜਾਵਾਂਗੇ, ਸਾਡੀ ਜਿਹੜੀ ਸੱਭਿਅਤਾ ਭੁੱਲ ਜਾਵਾਂਗੇ, ਤੇ ਅਸੀਂ ਹਮੇਸ਼ਾ ਨਿਘਾਰ ਵੱਲ ਨੂੰ ਜਾਵਾਂਗੇ, ਤਰੱਕੀ ਨਹੀਂ ਛੂ ਸਕਦੇ। ਔਰ ਇਹ ਸਾਡੇ ਦੇਸ਼ ਦੀ ਸੱਭਿਅਤਾ ਨਹੀਂ ਕਿ ਅਸੀਂ ਲਿਵ ਇਨ ਰਿਲੇਸ਼ਨ ਦੇ ਵਿੱਚ ਰਹੀਏ ਜਾਂ ਨਜਾਇਜ਼ ਸੰਬੰਧਾਂ 'ਚ ਰਹੀਏ। ਇਹ ਜਿਹੜੀ ਚੀਜ਼ ਆ ਨਾ, ਮੇਰੇ ਹਿਸਾਬ ਨਾਲ ਇਹਦੇ ਤੇ ਇੱਕ ਕਾਨੂੰਨ ਲਿਆਉਣ ਦੀ ਲੋੜ ਹੈ। ਇੱਕ ਸ਼ਾਦੀशुदा ਬੰਦਾ ਕਿਸੇ ਅਦਰ ਵੂਮਨ ਦੇ ਨਾਲ ਰਿਲੇਸ਼ਨ ਰੱਖਦਾ ਜਾਂ ਉਹਨੂੰ ਉਹ ਕਾਨੂੰਨੀ ਰੂਪ ਰੰਗ ਦੇਣਾ ਚਾਹੁੰਦਾ, ਇਹ ਨਹੀਂ ਮਿਲਣਾ ਚਾਹੀਦਾ। ਇਹ ਸਾਡੇ ਸਮਾਜ ਨੂੰ ਤਹਿਸ ਨਹਿਸ ਕਰਨ ਵਾਲੇ ਬੰਨੇ ਲਿਜਾਣ ਵਾਲੀ ਗੱਲ ਹੈ। ਤੇ ਇਹਦੇ ਉੱਤੇ ਇੱਕ ਵਧੀਆ ਕਾਨੂੰਨ ਲਿਆਉਣ ਦੀ ਜ਼ਰੂਰਤ ਹੈ, ਜਿਹੜਾ ਇਹਦੇ ਉੱਤੇ ਮਨਾਹੀ ਕਰ ਸਕੇ ਕਿ ਤੁਸੀਂ ਇਸ ਤਰੀਕੇ ਦੇ ਨਹੀਂ ਕਰ ਸਕਦੇ ਭਾਈ, ਤੁਹਾਡੀ ਜ਼ਿੰਮੇਵਾਰੀ ਆ। ਅਸੀਂ ਸ਼ਾਦੀ ਕਰਦੇ ਆ, ਉਹਦੇ 'ਚ ਸਾਡੀਆਂ ਜ਼ਿੰਮੇਵਾਰੀਆਂ ਤੈਅ ਹੁੰਦੀਆਂ ਨੇ, ਸਾਡੀ ਵਾਈਫ ਦੀਆਂ ਜ਼ਿੰਮੇਵਾਰੀਆਂ ਤੈਅ ਹੁੰਦੀਆਂ। ਤੇ ਜੇ ਅਸੀਂ ਇਸ ਤਰ੍ਹਾਂ ਹੀ 6 ਮਹੀਨੇ ਇੱਥੇ ਤੇ 6 ਮਹੀਨੇ ਉੱਥੇ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਕਲਚਰ ਨੂੰ ਬਰਬਾਦ ਕਰ ਦੇਣਗੀਆਂ, ਸਾਡੇ ਦੇਸ਼ ਨੂੰ ਬਰਬਾਦੀ ਵਾਲੇ ਬੰਨੇ ਲੈ ਜਾਣਗੀਆਂ। ਇਹ ਸਾਡੇ ਦੇਸ਼ ਵਾਸਤੇ, ਇਹ ਸਾਡੀ ਸੱਭਿਅਤਾ ਹੀ ਨਹੀਂ ਹੈਗੀ। ਪਰ ਪਤਾ ਨਹੀਂ ਕਿਉਂ ਲੋਕ, ਇਹ ਤੇ 1000 ਐਪਲੀਕੇਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗ ਚੁੱਕੀ ਹੈ ਸਿਕਿਉਰਿਟੀ ਵਾਸਤੇ। ਅਜੇ ਮੈਨੂੰ ਲੱਗਦਾ ਬੜੀ ਵੱਡੀ ਗਿਣਤੀ ਉਹ ਲੋਕ ਵੀ ਹੋਣਗੇ ਜਿਹੜੇ ਅਜੇ ਸਾਹਮਣੇ ਨਹੀਂ ਆਏ। ਤੇ ਇਹ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਇਹ ਸਾਡੇ ਸਮਾਜ ਨੂੰ ਨਿਘਾਰ ਵੱਲ ਲਿਜਾਣ ਵਾਲੀਆਂ ਚੀਜ਼ਾਂ ਨੇ। ਪਰ ਪਤਾ ਨਹੀਂ, ਮੈਂ ਇਹਦਾ ਸਹਿਮਤੀ ਨਹੀਂ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਕਿ ਇਸ ਤਰ੍ਹਾਂ ਦਾ ਕੁਝ ਹੋਣਾ ਚਾਹੀਦਾ। ਧੀਆਂ ਧਿਆਣੀਆਂ ਵਾਲੇ ਅਸੀਂ ਲੋਕ ਆ, ਇਹ ਸਾਡਾ ਕਲਚਰ ਹੀ ਨਹੀਂ ਹੈਗਾ। ਤੇ ਮੇਰੇ ਹਿਸਾਬ ਨਾਲ ਜਿਨ੍ਹਾਂ ਦੇ ਵੀ ਹਾਈ ਕੋਰਟ ਨੇ ਰਾਏ ਮੰਗੀ ਆ, ਉਹ ਕੋਈ ਇੱਕ ਪਾਸੇ ਤਾਂ ਹੈ ਕਲਚਰ ਦੀ ਗੱਲ ਜੀ ਕਮਲ ਮੰਜ਼ਲ ਜੀ, ਇੱਕ ਪਾਸੇ ਤਾਂ ਗੱਲ ਕਲਚਰ ਦੀ ਆ ਗਈ, ਦੂਜੇ ਪਾਸੇ ਮਨੁੱਖਤਾ ਦੀ ਗੱਲ ਆ ਗਈ, ਸਿਕਿਉਰਿਟੀ ਦੀ ਗੱਲ ਆ ਗਈ। ਇਹਨਾਂ ਜੋੜਿਆਂ ਨੇ ਲਾਇਆ ਕਿ ਸਾਡੀ ਜਿਹੜੀ ਪਟੀਸ਼ਨ ਤੇ ਕਿਉਂ ਸਾਡਾ ਕਾਨੂੰਨ ਕਹਿੰਦਾ ਧਾਰਾ 226 ਉਹਦੇ ਤਹਿਤ ਲਾਇਆ ਵੀ ਸਾਡੀ ਜਾਨ ਨੂੰ ਖਤਰਾ ਤੇ ਸਾਡੀ ਜਾਨ ਬਚਾਈ ਜਾਏ। ਦੂਜਾ ਪੱਖ ਇਹ ਵੀ ਆ ਗਿਆ ਕਿ ਜਾਨ ਨੂੰ ਖਤਰਾ ਹੋਣ ਦੇ ਕੋਈ ਠੋਸ ਸਬੂਤ ਵੀ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਗਏ। ਤੇ ਤੀਜੀ ਗੱਲ ਜਿਹੜੀ ਅਦਾਲਤ ਵਿੱਚ ਦਲੀਲ ਦਿੱਤੀ ਜਾ ਰਹੀ ਹੈ ਕਿ ਉਹ ਵਿਆਹੇ ਹੋਣ ਜਾਂ ਨਾ ਹੋਣ, ਸ਼ਾਦੀशुदा ਹੋਣ ਜਾਂ ਨਾ ਹੋਣ, ਉਹਨਾਂ ਨੂੰ ਸਮਾਜ ਸਵੀਕਾਰ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ, ਪਰ ਸੁਰੱਖਿਆ ਦੇਣਾ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਕਰਕੇ ਸਟੇਟ ਨੂੰ ਆਰਡਰ ਕੀਤੇ ਜਾਣ ਕਿ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ। ਕਿਵੇਂ ਦੇਖਦੇ ਹੋ ਇਸ ਕਾਨੂੰਨੀ ਮੁੱਦੇ? ਸੰਧੂ ਸਾਹਿਬ, ਮੇਰਾ ਤੇ ਮੰਨਣਾ ਹੈ ਵੀ ਪਹਿਲਾਂ ਤੇ ਕਾਨੂੰਨ 'ਚ ਹੀ ਸੰਸ਼ੋਧਨ ਕਰ ਦੇਣੀ ਚਾਹੀਦੀ ਹੈ। ਉਹ ਰੱਬ ਦਾ ਵਾਸਤਾ, ਇਹ ਸਾਡੀ ਸੱਭਿਅਤਾ ਨਹੀਂ ਹੈਗੀ। ਕਿੱਧਰ ਨੂੰ ਲਿਜਾ ਰਹੇ ਆ ਕੰਟਰੀ ਨੂੰ। ਏਦਾਂ ਦੇ ਕੋਈ ਵੀ ਉੱਠੇਗਾ ਤੇ ਮੇਰੇ ਵਰਗਾ ਉੱਠੇਗਾ ਤੇ ਕਿਸੇ ਦੀ ਜਨਾਨੀ ਕੱਢ ਕੇ ਲੈ ਜਾਏਗਾ ਤੇ ਮੁੜ ਕੇ ਕੋਰਟ ਤੋਂ ਸਿਕਿਉਰਿਟੀਆਂ ਮੰਗੇਗਾ। ਅਸੀਂ ਤੇ ਇਹਦੇ 'ਚ ਇੱਕ ਚੀਜ਼ ਨੋਟਿਸ ਕਰਨ ਦੀ ਲੋੜ ਹੈ, ਇੱਕ ਘਰ ਨਹੀਂ, ਅਸੀਂ 2 ਖਾਨਦਾਨ ਬਰਬਾਦ ਕਰਦੇ ਆ। ਤੇ ਇਹ ਤੇ ਸਾਡੇ ਸਮਾਜ ਦਾ ਇਹ ਹਿੱਸਾ ਹੀ ਨਹੀਂ, ਇਹ ਸਾਡੇ ਸਮਾਜ ਨੂੰ ਬਰਬਾਦ ਕਰ ਦੇਣ ਵਾਲੀ ਵਿਵਸਥਾ ਆ। ਤੇ ਜਿਹੜੀ ਚੀਜ਼ ਸਾਡੇ ਸਮਾਜ ਨੂੰ ਬਰਬਾਦ ਕਰਦੀ ਹੈ ਉਹਦੇ ਤੇ ਅੰਕੁਸ਼ ਲੱਗਣਾ ਹੀ ਚਾਹੀਦਾ। ਮਤਲਬ ਮੈਂ ਮੇਰੀ ਸਮਝ ਤੋਂ ਪਰੇ ਹੈ, ਜੇ ਇਸ ਤਰ੍ਹਾਂ ਦਾ ਕਾਨੂੰਨ ਆ ਤੇ ਉਸ ਕਾਨੂੰਨ ਨੂੰ ਬਦਲਣ ਦੀ ਲੋੜ ਹੈ ਸਰ। ਇਹ ਕਾਨੂੰਨ ਦੀਆਂ ਆੜ ਦੇ ਵਿੱਚ ਅਸੀਂ ਮਤਲਬ ਗਲਤ ਹਰਕਤਾਂ ਵਾਲੇ ਪਾਸੇ ਨੂੰ ਵਧੀਏ। ਮਤਲਬ ਮੈਂ ਇਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ। ਮੇਰੀਆਂ ਇਹ ਭਾਵਨਾਵਾਂ ਨੇ ਵੀ ਮੈਂ ਨਹੀਂ ਇਸ ਚੀਜ਼ ਨੂੰ ਸਹਿਮਤੀ ਦਿੰਦਾ ਕਿ ਕਮਲ ਮੰਜ਼ਲ ਜੀ ਬਦਲਣ ਦੀ ਲੋੜ ਹੈ। ਤੁਹਾਡੀ ਗੱਲਬਾਤ ਦੇ ਵਿੱਚੋਂ 2 ਪੁਆਇੰਟ ਆਉਂਦੇ ਨੇ, 2 ਮੁੱਦੇ ਉੱਪਰ ਕੇ ਆਉਂਦੇ ਨੇ। ਇੱਕ ਤਾਂ ਇਹ ਹੈ ਕਿਉਂਕਿ ਅਦਾਲਤ ਦੇ ਵਿੱਚ ਮੁੱਦਾ ਹੁੰਦਾ ਤਾਂ ਇਹ ਅਦਾਲਤ ਨੇ ਕਾਨੂੰਨ ਦੇ ਅਨੁਸਾਰ ਫੈਸਲਾ ਲੈਣਾ। ਕਾਨੂੰਨ ਇਹ ਕਹਿੰਦਾ ਕਿ ਹਰ ਨਾਗਰਿਕ ਦੀ ਸੁਰੱਖਿਆ ਕਰਨਾ, ਚਾਹੇ ਉਹ ਜਿਹੜੀ ਆ ਸਾਡੀ ਵਿਰਾਸਤ ਨੂੰ, ਸਾਡੇ ਕਲਚਰ ਨੂੰ ਸੰਭਾਲਦਾ ਹੋਵੇ ਚਾਹੇ ਨਾ ਸੰਭਾਲਦਾ ਹੋਵੇ, ਉਹਦੀ ਸੁਰੱਖਿਆ ਕਰਨਾ, ਉਹਨੂੰ ਪ੍ਰੋਟੈਕਸ਼ਨ ਦੇਣਾ ਜਿਹੜਾ ਸਟੇਟ ਦਾ ਫਰਜ਼ ਹੈ। ਪਰ ਦੂਜੇ ਪਾਸੇ ਗੱਲ ਕਰੀਏ, ਜੇ ਅਸੀਂ ਆਪਣੀ ਵਿਰਾਸਤ ਨੂੰ, ਆਪਣੇ ਕਲਚਰ ਨੂੰ ਹੀ ਨਹੀਂ ਸੰਭਾਲ ਸਕਦੇ ਤੇ ਫਿਰ ਉਹ ਕਾਨੂੰਨ ਵੀ ਕਿਹੜੇ ਕੰਮ ਦੇ ਤੇ ਜਿਹੜੇ ਸਾਡਾ ਜਿਹੜਾ ਸੱਭਿਆਚਾਰ ਹੀ ਸਾਡੇ ਸਮਾਜ ਨੂੰ ਤਹਿਸ-ਨਹਿਸ ਕਰਕੇ ਰੱਖ ਦੇਣਗੇ। ਕਿਉਂਕਿ ਇਹ ਹੁਣ ਦੋਹਰੀ ਜਿਹੜੀ ਇਹਦੇ ਤੇ ਮੁੱਦੇ ਚੱਲ ਰਹੇ, ਲੱਗਦਾ ਕਿਤੇ ਨਾ ਕਿਤੇ ਸਮਾਜ ਵਰਸਸ ਅਦਾਲਤਾਂ ਜਿਹੜੀਆਂ ਉਹ ਆਪਸ ਵਿੱਚ ਕਿਤੇ ਆਮੋ ਸਾਹਮਣੇ ਨਾ ਹੋਣਾ ਸ਼ੁਰੂ ਹੋ ਜਾਣ। ਏਦਾਂ ਦੇ ਹਾਲਾਤ ਪੈਦਾ ਜਿਹੜੇ ਹੁੰਦੇ ਉਹਦੇ ਵੱਲ ਵੱਧਦੇ ਜਾਪਦੇ ਨੇ। ਤੇ ਕੀ ਲੱਗਦਾ ਕਿ ਇਹਦਾ ਕੋਈ ਵਿਚਕਾਰਲਾ ਰਸਤਾ ਵੀ ਕੱਢਿਆ ਜਾ ਸਕਦਾ? ਸੰਧੂ ਸਾਹਿਬ, ਥੋੜੇ ਦਿਨ ਪਹਿਲਾਂ ਨਾ ਅਸੀਂ ਇੱਕ ਦਿੱਲੀ ਦੇ ਹਾਦਸੇ ਦੇ ਉੱਤੇ ਹੀ ਅਸੀਂ ਉਹ ਲਵ ਜਿਹਾਦ ਦਾ ਮਾਮਲਾ ਨਿਕਲਿਆ। ਦੇਖੋ ਪਤਾ ਕੀ ਗੱਲ ਹੈ, ਮੈਂ ਬੇਨਤੀ ਫਿਰ ਦੁਬਾਰਾ ਇਹ ਬੇਨਤੀ ਕਰਨੀ ਚਾਹਾਂਗਾ, ਮੇਰੀ ਸਰਕਾਰ ਨੂੰ ਵੀ, ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਕਾਨੂੰਨ ਸਾਡੀ ਦੇਸ਼ ਦੀ ਸੱਭਿਅਤਾ ਨੂੰ, ਸਾਡੇ ਸਿਸਟਮ ਨੂੰ ਖਰਾਬ ਕਰਦੇ ਨੇ, ਉਹਨਾਂ ਦੇ ਸੰਸ਼ੋਧਨ ਕਰਨ ਦੀ ਜ਼ਰੂਰਤ ਹੈ। ਅੱਜ ਧੀਆਂ ਸੁਰੱਖਿਅਤ ਨਹੀਂ ਹੈਗੀਆਂ। ਉਹ ਕਾਰਨ ਕੀ ਆ? ਅਸੀਂ ਉਹ ਕਾਨੂੰਨ ਦੀ ਆੜ ਲੈਂਦੇ ਨੇ, ਕਾਨੂੰਨ ਦੀ ਆੜ ਦੇ ਵਿੱਚ ਜਾ ਕੇ ਸਿਕਿਉਰਿਟੀਆਂ ਲੈ ਲਈਆਂ, ਮੁੜ ਕੇ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਦੇਖੋ। ਇਹ ਸਾਡੀ ਸੱਭਿਅਤਾ ਨਹੀਂ ਹੈਗੀ। ਸਾਡੀ ਸੱਭਿਅਤਾ ਬੜੀ ਉੱਚੀ ਸੁੱਚੀ ਤੇ ਪਵਿੱਤਰ ਸੱਭਿਅਤਾ ਦੇ ਅਸੀਂ ਮਾਲਕ ਆ। ਅਸੀਂ ਰਿਸਪੌਂਸਿਬਲ ਬੰਦੇ ਆ। ਇਹ ਵਿਦੇਸ਼ਾਂ ਦੇ ਵਿੱਚ ਚੱਲਦਾ ਵਾ, 3W ਦਾ ਕਹਿੰਦੇ ਭਰੋਸਾ ਨਹੀਂ, ਵੈਦਰ, ਵਾਈਫ ਤੇ ਵਰਕ।
ਪਰ ਹਿੰਦੁਸਤਾਨ ਇਦਾਂ ਦਾ ਨਹੀਂ ਆ। ਹਿੰਦੁਸਤਾਨ ਦਾ ਇੱਕ ਰਿਚ ਕਲਚਰ ਹੈ। ਅਸੀਂ ਇੱਕ ਜ਼ਬਾਨ ਵਾਲੇ ਲੋਕ ਆ, ਜਿਹੜੀ ਕਮਿਟਮੈਂਟ ਕਰਦੇ ਆ ਉਹਨੂੰ ਅਸੀਂ ਮਰਨ ਤੱਕ ਨਿਭਾਉਂਦੇ ਆ। ਇਸ ਤਰ੍ਹਾਂ ਦਾ ਸਾਡਾ ਕਲਚਰ ਰਿਹਾ। ਅਸੀਂ ਘੰਟੇ ਘੰਟੇ ਬਾਅਦ ਬਦਲਣ ਵਾਲੇ ਲੋਕ ਨਹੀਂ, ਤੇ ਸਾਨੂੰ ਆਪਣੀ ਸੱਭਿਅਤਾ ਨਾਲ ਜੁੜ ਕੇ ਉਸ ਤਰੀਕੇ ਦੇ ਕਾਨੂੰਨ ਹੋਣੇ ਚਾਹੀਦੇ ਨੇ ਸਾਡੇ ਦੇਸ਼ ਦੇ ਵਿੱਚ, ਜਿਹੜੇ ਸਾਡੀ ਸੱਭਿਅਤਾ ਨੂੰ ਸਾਂਭ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹੋਣ, ਨਾ ਕਿ ਇਹ ਸੱਭਿਅਤਾ ਦਾ ਬੇੜਾ ਗਰਕ ਕਰਨ ਵਾਲੇ ਪੰਨੇ ਨੂੰ ਵੱਧ ਰਹੇ ਹਾਂ ਅਸੀਂ, ਜਿਹੜੇ ਜਿਸ ਤਰ੍ਹਾਂ ਦੇ ਕਾਨੂੰਨਾਂ ਦੀ ਅਸੀਂ ਆੜ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ, ਇਹ ਤੁਰੰਤ ਬੰਦ ਹੋਣਾ ਚਾਹੀਦਾ। ਜੀ ਧੰਨਵਾਦ ਜੀ, ਧੰਨਵਾਦ। ਕਹਿਣ ਦਾ ਭਾਵ ਇਹ ਹੈ ਕਿ ਮੁੱਦਾ ਸੱਚਮੁੱਚ ਪੇਚੀਦਾ ਗੁੰਝਲਦਾਰ ਆ। ਇੱਕ ਪਾਸੇ ਸਮਾਜਿਕ ਹੈ, ਸਾਡੇ ਵੈਲਿਊਜ਼ ਨੇ, ਸਾਡੇ ਸਮਾਜ ਦੀ ਸੁੱਖ ਸ਼ਾਂਤੀ ਹੈ, ਜਿਹਦੇ ਵਿੱਚ ਕਿ ਇੱਕ ਦੂਜੇ ਆਪੋ ਆਪਣੇ ਨਿਯਮ ਅਨੁਸਾਰ ਆਪੋ ਆਪਣੇ ਜਿਹੜੇ ਹੈ ਅਧਿਕਾਰਾਂ ਦੇ ਨਾਲ ਆਪੋ ਆਪਣੇ ਫਰਜ਼ ਦੀ ਅਦਾਇਗੀ ਵਿਅਕਤੀ ਕਰਦਾ ਹੋਇਆ ਜਿਹੜਾ ਉਹ ਸਮਾਜ ਨੂੰ ਬਿਹਤਰ ਬਣਾਉਣ ਲਈ ਯੋਗਦਾਨ ਪਾਉਂਦਾ। ਤੇ ਦੂਜੇ ਪਾਸੇ ਜਿਹੜੇ ਸਿਰਫ ਕਾਨੂੰਨ ਦੇ ਵਿੱਚ ਪ੍ਰਬੰਧ ਕੀਤੇ ਜਾਂਦੇ ਨੇ ਕਿ ਇਹਨਾਂ ਚੀਜ਼ਾਂ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ, ਹਰ ਮਨੁੱਖ ਦੀ ਸੁਰੱਖਿਆ ਕਰਨੀ। ਦੋਨੋਂ ਤਰਫ ਜਿਹੜਾ ਉਹ ਸੱਚਮੁੱਚ ਐਵੇਂ ਨਹੀਂ। ਹਾਈ ਕੋਰਟ ਦੇ ਵਿੱਚ ਵੀ 3-3 4-4 ਦਿਨ ਜਿਹੜੀ ਹੈ ਇਸ ਮੁੱਦੇ ਤੇ ਸੁਣਵਾਈ ਹੋ ਰਹੀ ਹੈ, ਔਰ ਫੈਸਲਾ ਕਰਨ ਵਿੱਚ ਜਿਹੜੀ ਅਦਾਲਤ ਇਸੇ ਕਰਕੇ ਉਹਦਾ ਲੰਬਾ ਸਮਾਂ ਲੱਗ ਰਿਹਾ ਕਿ ਉਹ ਇਸ ਗੱਲ ਨੂੰ ਨਹੀਂ ਸਮਝ ਪਾ ਰਹੇ ਕਿ ਅਸੀਂ ਆਪਣਾ ਸਮਾਜ ਵੀ ਨਾਲ ਦੀ ਨਾਲ ਕਿਵੇਂ ਬਚਾਈਏ। ਕਾਨੂੰਨ ਦੀ ਰਖਵਾਲੇ ਕਰਦੇ ਕਰਦੇ ਕਿਤੇ ਅਸੀਂ ਆਪਣਾ ਸਮਾਜ ਨੂੰ ਨਾ ਰੋਲ ਬੈਠੀਏ। ਸੋ ਲੱਗਦਾ ਕਿ ਇਹ ਮੁੱਦਾ ਹਲੇ ਆਉਣ ਵਾਲੇ ਸਮੇਂ ਦਿਨਾਂ 'ਚ ਹੋਰ ਭਖੇਗਾ। ਇਹਦੇ ਉੱਤੇ ਸਮਾਜ ਨੂੰ ਵੀ ਸਾਨੂੰ ਵੀ ਖੁੱਲ੍ਹ ਕੇ ਆਪਣੇ ਵਿਚਾਰ ਜਿਹੜੇ ਆ ਪ੍ਰਗਟ ਕਰਨੇ ਚਾਹੀਦੇ। ਸੋ ਸਾਡੇ ਦਰਸ਼ਕਾਂ ਕੋਲ ਵੀ ਇਹ ਪੂਰਾ ਸਮਾਂ ਆ ਕਿ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੀ ਰਾਏ ਇਸ ਮੁੱਦੇ ਉੱਤੇ ਜ਼ਰੂਰ ਦੇਣੀ ਆ ਕਿ ਤੁਸੀਂ ਕਿਹੜੀ ਚੀਜ਼ ਦੇ ਹੱਕ 'ਚੋਂ ਕਿਵੇਂ ਪ੍ਰਬੰਧ ਕੀਤੇ ਜਾ ਸਕਦੇ ਨੇ, ਇਹ ਵੀ ਤੁਸੀਂ ਰਾਏ ਦੇਣੀ ਆ। ਤੇ ਪਿਆਰਾ ਜਿਹਾ ਬਟਨ ਦਬਾ ਦੇਣਾ ਲਾਈਕ ਦਾ, ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਮਲ ਮੰਜਲ ਜੀ ਤੁਹਾਡਾ ਵੀ ਧੰਨਵਾਦ, ਤੇ ਮਹਿੰਦਰੂ ਜੀ ਦਾ ਵੀ ਧੰਨਵਾਦ, ਜਿਹੜੇ ਕਿ ਟੈਕਨੀਕਲ ਖਰਾਬੀ ਕਾਰਨ ਥੋੜਾ ਸਾਡੇ ਨਾਲ ਪਹਿਲਾਂ ਜਿਹੜੇ ਉਹ ਦੂਰ ਹੋ ਗਏ ਲੱਗਦੇ ਨੇ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।